हेलो। हेलो। हाँ जी। हाँ जी हेलो, बेटा। हाँ जी, सत श्री अकाल अंकल। सत श्री अकाल बेटा। हाँ जी बोलो। हाँ जी। केड़ी नहीं, पोएम? हाँ हाँ जी, केड़ी? वो ना पहली दी थी जी। हासी केलों दी। दे गल लगी बेल। हाँ जी। अच्छा, ਇਹਦੇ ਚ बेटा ਜਿਹੜੀ ਇਹ ਕਵਿਤਾ। अंकल, हाँ जी ये बोलो। ना मेरी फ्रेंड भी है था, मैं स्पीकर ते बाहर ही फिर तुसी करा दो। कोई गल नहीं बेटा, कोई हाँ गल जी। नहीं रचे, कोई गल हाँ नहीं। जी। हाँ जी। हम्म। 2 मिनट। हाँ जी अंकल। हाँ जी बेटा, ਇਹ ਨਾ ਪੋਇਮ ਹੈ ਲਹਿਰਾਂ ਦੇ ਹਾਰ ਭਾਈ ਵੀਰ ਸਿੰਘ ਦਾ ਲਿਖਿਆ ਹੋਇਆ ਕਾਵਿ ਸੰਗ੍ਰਹਿ, ਤੇ ਉਹਦੇ ਚੋਂ ਇਹ ਇਨਕਲੂਡ ਕੀਤੀ ਗਈ ਹੈ ਤੁਹਾਡੇ ਸਿਲੇਬਸ ਦੇ ਵਿੱਚ। ਤੇ हाँ जी। ਇਸ ਕਵਿਤਾ ਦਾ ਨਾਂ ਹੈ ਕੇਲੋਂ ਦੇ ਗਲ ਲੱਗੀ ਵੇਲ। ਹੁਣ ਸਭ ਤੋਂ ਪਹਿਲਾਂ ਤਾਂ ਸਾਡੇ ਸਾਹਮਣੇ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੇਲੋਂ ਕੀ ਚੀਜ਼ ਆ। ਕੇਲੋਂ ਐਕਚੁਅਲੀ ਇੱਕ ਦਰਖਤ ਦਾ ਨਾਂ ਹੈ, ਇੱਕ ਰੁੱਖ ਦਾ ਨਾਮ ਹੈ। ਜਿਸ ਤਰ੍ਹਾਂ ਦੇਵਦਾਰ ਤੇ ਚੀੜ ਦੇ ਪਹਾੜੀ ਇਲਾਕਿਆਂ ਵਿੱਚ ਰੁੱਖ ਹੁੰਦੇ ਆ ਨਾ, ਉਸੇ ਤਰ੍ਹਾਂ ਕੇਲੋ ਨਾਮ ਦਾ ਇੱਕ ਰੁੱਖ ਹੁੰਦਾ। हाँ ਤੇ जी। ਉਸ ਰੁੱਖ ਨੂੰ ਸਾਡੇ ਇੱਥੇ ਕੈਲ ਵੀ ਕਹਿੰਦੇ ਆ। ਠੀਕ ਹੈ। ठीक। ਤੇ हाँ जी। ਕੈਲ ਦੀ ਲੱਕੜ ਦੇ ਜਿਸ ਤਰ੍ਹਾਂ ਦਰਵਾਜ਼ੇ ਵਗੈਰਾ ਖਿੜਕੀਆਂ ਵਗੈਰਾ ਬਣਦੇ ਆ। ਤੇ ਹੋਇਆ ਕੀ ਸੀਗਾ ਕਿ ਉਸ ਰੁੱਖ ਦੇ ਨਾਲ ਇੱਕ ਵੇਲ ਲੱਗੀ ਹੋਈ ਸੀ। ਹੁਣ ਵੇਲ ਕਿਹਨੂੰ ਕਹਿੰਦੇ ਆ? ਵੇਲ ਤੁਸੀਂ ਦੇਖਿਆ ਹੋਏਗਾ ਕਿ ਹਰ ਜਿਹੜਾ ਬੂਟਾ ਹੈ ਉਹ ਆਪਣੀ ਤਰ੍ਹਾਂ ਦਾ ਹੁੰਦਾ। ਠੀਕ ਹੈ। ਹੁਣ ਕੁਝ ਬੂਟੇ ਤੇ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਬੈਂਗਣ ਲੱਗਦੇ ਆ, ਕੁਝ ਬੂਟੇ ਇਹੋ ਜਿਹੇ ਹੁੰਦੇ ਜਿਨ੍ਹਾਂ ਤੇ ਘੀਆ ਲੱਗਦਾ ਹੈ, ਤੋਰੀ ਲੱਗਦੀ ਹੈ। ਪਰ ਜਿਹੜੇ ਘੀਆ ਤੇ ਤੋਰੀ ਵਾਲੇ ਬੂਟੇ ਹੁੰਦੇ ਆ ਉਹ ਕੋਈ ਗਮਲਿਆਂ 'ਚ ਨਹੀਂ ਉਗਦੇ, ਉਹ ਜ਼ਮੀਨ 'ਚੋਂ ਉਹਨਾਂ ਦੀ ਇੱਕ ਵੇਲ ਨਿਕਲਦੀ ਹੈ, ਜਿਹੜੀ ਕਿਸੇ ਰੁੱਖ ਦੇ ਨਾਲ ਅੱਗੇ ਉਹਦਾ ਸਹਾਰਾ ਲੈ ਕੇ ਉਹਦੀ ਟਾਹਣੀਆਂ ਨਾਲ ਘੁੰਮਦੇ 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 ਅੱਗੇ ਵੱਧਦੀ ਚਲੀ ਜਾਂਦੀ। हाँ ਠੀਕ ਹੈ। जी। ਤੇ ਉਹਦੇ ਤੇ ਫਿਰ ਤੋਰੀਆਂ ਹੋ ਗਈਆਂ, ਘੀਏ ਹੋ ਗਏ, ਜਾਂ ਕੁਝ ਬਹੁਤ ਸਾਰੀਆਂ ਸਾਡੀਆਂ ਸਬਜ਼ੀਆਂ ਜਿਹੜੀ ਵੇਲਾਂ ਦੇ ਉੱਪਰ ਲੱਗਦੀਆਂ। हाँ ਵੇਲ जी। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕਿੰਨਾ ਕੁ ਤਜਰਬਾ, ਤੁਸੀਂ ਦੇਖੀ ਹੋਈ ਹੈ ਜਾਂ ਨਹੀਂ हाँ ਦੇਖੀ जी ਹੋਈ। देखिए। हाँ जी देखिए अंकल ਹਾਂਜੀ। देखिए। ਹੁਣ हाँ ਇਹਦੇ जी। ਵਿੱਚ ਕੀ ਹੋ ਰਿਹਾ ਹੈ ਕਿ ਇੱਕ ਆਜੜੀ ਹੈ, ਆਜੜੀ ਜਿਹੜਾ ਮਤਲਬ ਕਿ ਭੇਡਾਂ ਵਗੈਰਾ ਨੂੰ ਚਰਾਉਂਦੇ ਆ। ਠੀਕ ਹੈ। ਜਿਹਨੂੰ ਅਸੀਂ ਪੰਜਾਬੀ ਵਿੱਚ ਤਾਂ ਆਜੜੀ ਹੀ ਕਹਿੰਦੇ ਆ, ਤੇ ਸਾਡੇ ਇੱਥੇ ਹਿੰਦੀ ਵਿੱਚ ਹਰਿਆਣਵੀ ਵਿੱਚ ਉਸਨੂੰ ਗਡਰੀਆ ਕਹਿ ਦਿੱਤਾ ਜਾਂਦਾ। ਭੇਡਾਂ ਬੱਕਰੀਆਂ ਚਰਾਉਣ ਵਾਲੇ ਨੂੰ ਗਡਰੀਆ ਕਿਹਾ ਜਾਂਦਾ। ਸਾਡੇ ਪੰਜਾਬੀ ਦਾ ਜਿਹੜਾ ਠੇਠ ਸ਼ਬਦ ਹੈ ਉਹ हाँ ਆਜੜੀ जी। ਆ। ਹੁਣ ਉਹ ਆਜੜੀ ਕੀ ਕਰ ਰਿਹਾ ਸੀਗਾ? ਹੁਣ ਜਿਹੜੀ ਵੇਲ ਜਿਹਨੂੰ ਅਜੇ ਕੁਝ ਲੱਗਾ ਨਹੀਂ ਸੀ ਹੋਇਆ, ਵੇਲ ਨੂੰ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਸਬਜ਼ੀਆਂ ਸੁਬਜ਼ੀਆਂ ਹੋਰ ਚੀਜ਼ਾਂ ਲੱਗਦੀਆਂ, ਫੁੱਲ ਪਹਿਲਾਂ हाँ जी। ਬਣਦੇ ਆ, ਫਿਰ ਉਹ ਫੁੱਲਾਂ ਤੇ ਫਲ ਆ ਜਾਂਦੇ ਆ। ਤੇ ਉਹ ਆਪਣੀ ਜਿਹੜੀਆਂ ਬੱਕਰੀਆਂ ਹੈ ਉਹਨਾਂ ਨੂੰ ਖਵਾਉਣ ਵਾਸਤੇ ਉਸ ਵੇਲ ਨੂੰ ਰੁੱਖ ਦੇ ਨਾਲੋਂ ਮਤਲਬ ਕਿ ਨਾ ਫਟੱਕੇ ਮਾਰ ਮਾਰ ਕੇ ਖਿੱਚ ਰਿਹਾ, हाँ ਵੇਲ जी। ਨੂੰ ਉਸ ਰੁੱਖ ਨਾਲੋਂ ਜੁਦਾ ਕਰ ਰਹੇ ਆ, ਅਲੱਗ ਕਰ ਰਹੇ ਆ। ਤੇ ਉਹ हाँ जी। ਰੁੱਖ ਦੇ ਜਿਹੜੇ ਪੱਤੇ ਹੈਗੇ ਆ ਉਹ ਉਹਨਾਂ ਨੂੰ ਆਪਣੇ ਮਤਲਬ ਕਿ ਆਪਣੇ ਇੱਜੜ ਨੂੰ, ਜਿਹਨੂੰ ਇੱਜੜ ਕਹਿੰਦੇ ਆ ਪੰਜਾਬੀ ਦੇ ਵਿੱਚ, ਜਾਣੀ ਕਿ ਭੇਡਾਂ ਬੱਕਰੀਆਂ ਦਾ ਜਿਹੜਾ ਝੁੰਡ ਹੁੰਦਾ, ਕਿਉਂਕਿ ਭੇਡਾਂ ਤੇ ਬੱਕਰੀਆਂ ਇਕੱਠੀਆਂ ਤੁਰਦੀਆਂ ਹਮੇਸ਼ਾ, ਤੇ ਇੱਕ ਆ ਜਿਹੜੀ ਡੰਡਾ ਲੈ ਕੇ ਉਹਨਾਂ ਨੂੰ ਜਿਹੜਾ ਉਹ ਚਲਾਇਆ ਕਰਦਾ। ਤੇ ਉਹ हाँ ਉਹਨਾਂ जी। ਨੂੰ ਤੋੜ ਤੋੜ ਕੇ ਉਹ ਵੇਲ ਜਿਹੜੀ ਆ ਉਹਦੇ ਚੱਕ ਕੇ ਪੱਤੇ ਜਿਹੜੇ ਉਹ ਪਾ ਰਹੇ ਆ। ਹੁਣ ਇਹ ਸਾਰੇ ਨਜ਼ਾਰੇ ਨੂੰ ਭਾਈ ਵੀਰ ਸਿੰਘ ਜੀ ਨੇ ਦੇਖਿਆ। ਭਾਈ ਵੀਰ ਸਿੰਘ ਜੀ ਨੇ ਦੇਖਿਆ ਕਿ ਵੇਲ ਤੋਂ ਜਦੋਂ ਪੱਤੇ ਤੋੜੇ ਜਾ ਰਹੇ ਆ, ਵੇਲ ਨੂੰ ਜਦੋਂ ਬੜੀ ਬੇਰਹਿਮੀ ਦੇ ਨਾਲ ਖਿੱਚਿਆ ਜਾ ਰਿਹਾ, ਜਦੋਂ ਰੁੱਖ ਨਾਲ ਉਹਨੂੰ ਅਲੱਗ ਕੀਤਾ ਜਾ ਰਿਹਾ, ਤਾਂ ਉਹ ਟੁੱਟ ਟੁੱਟ ਕੇ ਉਹਦੇ ਚੋਂ ਆਵਾਜ਼ ਹੀ ਆ ਰਹੀ ਆ। ਤੇ ਹੁਣ हाँ ਭਾਈ जी। ਵੀਰ ਸਿੰਘ ਦਾ ਮਨ ਹੈ ਕਵੀ ਮਨ, ਤੇ ਉਹ ਇਸ ਗੱਲ ਨੂੰ ਦੇਖ ਕੇ ਨਾ ਉਹਨਾਂ ਨੂੰ ਇੱਕ ਖਿਆਲ ਪੈਦਾ ਹੁੰਦਾ। ਉਹ ਜਿਹੜੀ ਆਵਾਜ਼ ਨਿਕਲਦੀ ਉਹਦੇ ਚੋਂ, ਉਹ ਦਰਦ ਭਰੀ ਹੋਈ ਆਵਾਜ਼ ਆ। ਠੀਕ ਹੈ। ਤੇ ਉਹ हाँ ਦਰਦ ਭਰੀ ਜਿਹੜੀ ਆਵਾਜ਼ ਹੈ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਉਦਾਂ ਦੀ ਆਵਾਜ਼ ਹੈ ਜਿਸ ਤਰ੍ਹਾਂ ਕਿਸੇ ਸਾਧਕ ਨੂੰ ਕਿਸੇ ਰੱਬ ਤੋਂ ਜੁਦਾ ਕੀਤਾ ਜਾ ਰਿਹਾ ਹੁੰਦਾ। ਕਿਉਂਕਿ ਵੇਲ ਦਾ ਜਿਹੜਾ ਸਹਾਰਾ, ਵੇਲ ਆਪਣੇ ਆਪ ਨਹੀਂ ਖੜੀ ਹੋ ਸਕਦੀ, ਕਦੇ ਵੇਲ ਨਹੀਂ ਖੜੀ ਹੋ ਸਕਦੀ, ਉਹਨੂੰ ਸਹਾਰੇ ਦੀ ਜ਼ਰੂਰਤ ਹੈ। ਤੇ ਵੇਲ ਨੂੰ ਸਹਾਰਾ ਕਾਹਦਾ ਹੈ? ਰੁੱਖ ਦਾ ਸਹਾਰਾ। ਰੁੱਖ ਦੇ ਸਹਾਰੇ ਹੀ ਤਾਂ ਵੇਲ ਅੱਗੇ ਵੱਧ ਰਹੀ ਹੈ ਨਾ। ਕਹਿੰਦੇ ਕਿ ਬੰਦੇ ਨੂੰ ਵੀਰ ਸਹਾਰਾ ਹੈ ਤੇ ਰੱਬ ਦਾ ਸਹਾਰਾ। ਬੰਦਾ ਜੋ ਕੁਝ ਵੀ ਦੁਨੀਆ ਵਿੱਚ ਕਰਦਾ ਹੈ, ਵਿਚਰਦਾ ਹੈ, ਇਹ ਸਮਝੋ ਕਿ ਰੱਬ ਦੇ ਸਹਾਰੇ ਹੀ ਸਾਰਾ ਕੁਝ ਚੱਲ ਰਿਹਾ ਹੁੰਦਾ।
ਹੁਣ ਜਿਹੜਾ ਸਪਿਰਿਚੁਅਲ ਸੋਚ ਵਾਲਾ ਬੰਦਾ ਜਿਵੇਂ ਭਾਈ ਵੀਰ ਸਿੰਘ ਜੀ ਹੈ, ਭਾਈ ਵੀਰ ਸਿੰਘ ਜੀ ਦੀ ਜਿੰਨੀਆਂ ਵੀ ਕਵਿਤਾਵਾਂ ਹੈ ਨਾ, ਉਹ ਮਤਲਬ ਕਿ ਸੁਧਾਰਕ ਕਵਿਤਾਵਾਂ, ਸਮਾਜ ਵਿੱਚ ਸੁਧਾਰ ਲਿਆਉਣ ਦੀ ਗੱਲ ਕਰਦੀਆਂ, ਜਾਂ ਅਸੀਂ ਦੇਖਦੇ ਹਾਂ ਗੁਰਮਤ ਦੇ ਜਿਹੜੇ ਰਹੱਸ ਹੈ ਉਹਨਾਂ ਨੂੰ ਖੋਲਦੀਆਂ, ਠੀਕ ਹੈ। ਹਾਂਜੀ ਤੇ ਉਹ ਹਾਂਜੀ ਗੁਰਮਤ ਦੇ ਰਹੱਸ ਨੂੰ ਹੀ ਉਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਪੇਸ਼ ਕੀਤਾ ਹੈ। ਹੁਣ ਉਹ ਹਮ, ਇਹ ਮੰਨਦੇ ਹੈ ਕਿ ਜਦੋਂ ਸੱਚੇ ਸਾਧਕ ਨੂੰ ਰੱਬ ਤੋਂ ਵੱਖਰਿਆਇਆ ਜਾਂਦਾ ਹੈ, ਤਾਂ ਉਹ ਸੱਚਾ ਸਾਧਕ ਵੀ ਇਸੇ ਤਰ੍ਹਾਂ ਦੀ ਤਕਲੀਫ ਜਿਹੜੀ ਉਹ ਮਹਿਸੂਸ ਕਰਦਾ ਹੈ, ਜਿਸ ਤਰ੍ਹਾਂ ਕਿਸੇ ਵੇਲ ਨੂੰ ਰੁੱਖ ਨਾਲੋਂ ਜਦੋਂ ਅਲੱਗਾ ਕੀਤਾ ਜਾ ਰਿਹਾ ਹੁੰਦਾ। ਠੀਕ ਹੁਣ ਉਹ ਇਹ ਬਾਹਰੋਂ ਤਾਂ ਲੱਗ ਰਿਹਾ ਹੈ ਕਿ ਕੇਲੋਂ ਦੇ ਗਲ ਵੇਲ ਲੱਗੀ ਹੋਈ ਹੈ, ਵੇਲ ਨੂੰ ਕੇਲੋਂ ਤੋਂ ਵੱਖਰਿਆਇਆ ਜਾ ਰਿਹਾ ਹੈ, ਬਾਹਰੋਂ ਇਹ ਲੱਗ ਰਿਹਾ, ਹੋ ਵੀ ਏਦਾਂ ਹੀ ਰਿਹਾ ਹੈ, ਲੇਕਿਨ ਭਾਈ ਵੀਰ ਸਿੰਘ ਇਸ ਨੂੰ ਜੋੜ ਕਿਸ ਨਾਲ ਰਹੇ ਹੈ? ਆਤਮਾ ਤੇ ਪਰਮਾਤਮਾ ਨਾਲ ਜੋੜ ਰਹੇ ਹੈ। ਕਿ ਜਦੋਂ ਕਿਸੇ ਦੀ ਸੱਚੀ ਸੁੱਚੀ ਆਤਮਾ ਜਿਹੜੀ ਰੱਬ ਨਾਲ ਜੁੜੀ ਹੋਈ ਹੁੰਦੀ ਹੈ, ਜਦੋਂ ਉਹਨੂੰ ਰੱਬ ਤੋਂ ਨਖੇੜਿਆ ਜਾਂਦਾ ਹੈ, ਤਾਂ ਉਹ ਆਪਣੇ ਆਪ ਵਿੱਚ ਬਹੁਤ ਤਕਲੀਫ ਮਹਿਸੂਸ ਕਰਦੀ ਹੈ। ਹੁਣ ਦੇਖੋ, ਅਸੀਂ ਲਾਈਨ ਦਰ ਲਾਈਨ ਅਸੀਂ ਇਸ ਨੂੰ ਮਤਲਬ ਕਿ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਕਹਿੰਦੇ, ਹਾਏ ਨਾ ਤਰੀਕ ਸਾਨੂੰ, ਹਾਏ ਵੇ ਨਾ ਮਾਰ ਖਿੱਚਾਂ। ਹੁਣ ਇਹਦੇ ਵਿੱਚ ਉਹ ਸਾਧਕ ਦੇ ਰੂਪ ਵਿੱਚ ਕਹਿ ਰਹੇ ਆ ਭਾਈ ਵੀਰ ਸਿੰਘ, ਸਾਧਕ ਦੇ ਰੂਪ ਵਿੱਚ, ਜੀਵਾਤਮਾ ਦੇ ਰੂਪ ਵਿੱਚ। ਤੇ ਕਿਸ ਨੂੰ ਕਹਿ ਰਹੇ ਆ? ਉਸ ਬੰਦੇ ਨੂੰ ਕਹਿ ਰਹੇ ਆ ਜਿਹੜਾ ਉਸ ਨੂੰ ਪਰਮਾਤਮਾ ਨਾਲੋਂ ਵੱਖਰਿਆਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਕਹਿੰਦੇ ਕਿ ਸਾਨੂੰ ਤਰੀਕ ਨਾ, ਤਰੀਕ ਦਾ ਮਤਲਬ ਹੁੰਦਾ ਜ਼ਬਰਦਸਤੀ ਧੱਕਾ ਜਾ ਮਾਰਨਾ, ਠੀਕ ਹੈ। ਠੀਕ ਹਾਈਵੇ ਨਾ ਮਾਰ ਖਿੱਚਾਂ, ਖਿੱਚ ਖਿੱਚ ਕੇ ਉਹ ਜੁਦਾ ਕਰ ਰਿਹਾ ਨਾ, ਆ ਜਿਹੜਾ ਖਿੱਚ ਖਿੱਚ ਕੇ ਵੇਲ ਨੂੰ ਰੁੱਖ ਨਾਲੋਂ ਅਲੱਗ ਕਰ ਰਿਹਾ ਨਾ। ਹਾਏ ਨਾ ਵਿਛੋੜ ਗੱਲ ਲੱਗਿਆਂ ਨੂੰ ਪਾਪੀਆ। ਹੁਣ ਉਸ ਨੂੰ ਪਾਪੀ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ, ਜਿਹੜਾ ਜੀਵਾਤਮਾ ਤੇ ਪਰਮਾਤਮਾ ਦੇ ਵਿੱਚ ਵਿਥ ਦਾ, ਦੂਰੀ ਦਾ ਕਾਰਨ ਬਣ ਰਿਹਾ, ਵਿਛੋੜੇ ਦਾ ਕਾਰਨ ਬਣ ਰਿਹਾ। ਹਾਏ ਜਿਹੜਾ ਹੈ ਉਹ ਦੁੱਖ ਨੂੰ ਪ੍ਰਗਟਾਉਣ ਵਾਲਾ ਸ਼ਬਦ ਹੈ। ਕਹਿੰਦੇ ਜਿਹੜੀ ਵੇਲ ਰੁੱਖ ਦੇ ਗਲ ਨਾਲ ਲੱਗੀ ਹੋਈ ਹੈ, ਉਹਨੂੰ ਵਿਛੋੜਨਾ ਬਿਲਕੁਲ ਏਦਾਂ ਹੈ, ਇਹ ਪਾਪ ਕਮਾਉਣ ਦੀ ਧੁੱਲ ਆ। ਅਸੀਂ ਸਮਾਜ ਵਿੱਚ ਵੀ ਦੇਖਦੇ ਹਾਂ, ਜਦੋਂ ਕਿਸੇ ਦੀ ਦੋਸਤੀ ਵਿੱਚ ਕੋਈ ਫਰਕ ਪਾਉਣ ਦੀ ਕੋਸ਼ਿਸ਼ ਕਰੇ, ਕਿਸੇ ਦੇ ਪਿਆਰ ਵਿੱਚ ਕੋਈ ਫੁੱਟ ਪਾਉਣ ਦੀ ਕੋਸ਼ਿਸ਼ ਕਰੇ, ਤੇ ਇਸ ਤੋਂ ਵੱਡਾ ਗੁਨਾਹ ਤਾਂ ਕੋਈ ਨਹੀਂ ਹੋ ਸਕਦਾ, ਇਸ ਤੋਂ ਵੱਡਾ ਪਾਪ ਤਾਂ ਕੋਈ ਨਹੀਂ ਹੋ ਸਕਦਾ। ਇਹ ਕਹਿੰਦਾ ਵੀ ਇਹ ਪਾਪ ਕਮਾਉਣਾ ਹੈ, ਕਿਸੇ ਨੂੰ ਗੱਲ ਲੱਗੇ ਹੋਈ ਨੂੰ ਦੇਖ ਨਾ ਸਕਣਾ ਤੇ ਉਹਨੂੰ ਉਹਦੇ ਤੋਂ ਜੁਦਾ ਕਰਨ ਦੀ ਕੋਸ਼ਿਸ਼ ਕਰਨਾ। ਹਾਏ ਨਾ ਤੁਣ ਕੇ ਮਾਰੀ, ਖਿੱਚ ਨਾ ਫਟੱਕੇ ਦੇ ਵਰਿਆਂ ਦੀ ਲੱਗੀ ਸਾਡੀ ਤੋੜ ਨਾ ਸਰਾਪੀਆ। ਕਹਿੰਦੇ ਤੂੰ ਤੁਣ ਕੇ ਮਾਰ ਕੇ, ਖਿੱਚ ਖਿੱਚ ਕੇ, ਜਿਸ ਤਰ੍ਹਾਂ ਅਸੀਂ ਪਤੰਗ ਨੂੰ, ਗੁੱਡੀ ਨੂੰ ਉਡਾਉਣ ਲੱਗੇ ਆ, ਤੁਣ ਕੇ ਮਾਰਦੇ ਆ ਨਾ, ਤੁਣ ਕੇ ਮਾਰ ਕੇ ਅਸੀਂ ਖਿੱਚਦੇ ਆ ਉਸ ਨੂੰ। ਕਹਿੰਦੇ ਏਦਾਂ ਹਾਂਜੀ ਤੁਣ ਕੇ ਨਾ ਮਾਰ, ਏਦਾਂ ਫਟੱਕੇ ਦੇ ਕੇ ਜ਼ੋਰ ਦੀ ਸਾਨੂੰ ਖਿੱਚ ਨਾ। ਵਰਿਆਂ ਦੀ ਲੱਗੀ ਸਾਡੀ ਕੋਈ ਮੁਹੱਬਤ ਕੋਈ ਇੱਕ ਦਿਨ ਦੀ ਮੁਹੱਬਤ ਨਹੀਂ ਹੈ, ਸਾਲਾਂ ਦੀ ਮੁਹੱਬਤ ਹੈ। ਵਰਿਆਂ ਦੀ ਮਤਲਬ ਸਾਲਾਂ ਦੀ ਹਾਂਜੀ ਸਾਡੀ ਮੁਹੱਬਤ ਹੈ, ਸਾਲਾਂ ਦਾ ਸਾਡਾ ਪਿਆਰ ਹੈ। ਤੂੰ ਮੈਨੂੰ ਇਹਦੇ ਨਾਲੋਂ ਤੋੜ ਨਾ। ਇਹ ਤਾਂ ਸ਼ਰਾਪੀਆ ਵਾਲੀ ਗੱਲ ਆ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਕਿਸੇ ਨੂੰ ਵਰ ਦੇਣਾ, ਇੱਕ ਕਿਸੇ ਨੂੰ ਸ਼ਰਾਪ ਦੇਣਾ। ਸ਼ਰਾਪ ਦੇਣਾ ਮਤਲਬ ਬਦਦੁਆ ਦੇਣਾ। ਉਹਦੇ ਲਈ ਮੂੰਹ ਚੋਂ ਕੀ ਨਿਕਲੇਗਾ? ਜਿਹੜਾ ਕਿਸੇ ਨੂੰ ਦੁੱਖ ਦੇਗਾ, ਜਿਹੜਾ ਕਿਸੇ ਨੂੰ ਤਕਲੀਫ ਦੇਗਾ, ਜਿਹੜਾ ਕਿਸੇ ਨੂੰ ਕਿਸੇ ਤੋਂ ਜੁਦਾ ਕਰੇਗਾ, ਉਹਦੇ ਲਈ ਤਾਂ ਬਦਦੁਆ ਹੀ ਨਿਕਲੇਗੀ ਨਾ। ਉਹ ਇਸ ਕਰਕੇ ਉਸ ਨੂੰ ਸਰਾਪੀਆ ਸ਼ਬਦ ਇੱਥੇ ਕਿਹਾ ਗਿਆ ਹੈ। ਹਾਏ ਨਾ ਵਲੂੰਦਰੀ ਵੇ, ਸੁੱਟੀ ਨਾ ਉਤਾਰ ਪੁੰਜੇ। ਪੁੰਜੇ ਦਾ ਮਤਲਬ ਜ਼ਮੀਨ ਤੇ। ਜਦੋਂ ਵੇਲ ਨੂੰ ਰੁੱਖ ਤੋਂ ਅਲੱਗ ਕਰ ਦਿੱਤਾ ਜਾਏਗਾ, ਤੇ ਉਹ ਵੇਲ ਕਿੱਥੇ ਜਾ ਕੇ ਡਿੱਗੇਗੀ? ਜ਼ਮੀਨ ਤੇ ਜਾ ਕੇ ਡਿੱਗ ਜਾਏਗੀ। ਤੇ ਵਲੂੰਦਰੀ ਦਾ ਮਤਲਬ ਹੈ ਨੌਂਦਰਾ ਮਾਰਨਾ, ਖਿੱਚਣਾ, ਉਹਨੂੰ ਝਰੀਟਾਂ ਜੀਆਂ ਮਾਰਨੀਆਂ। ਸੱਜਣ ਗੱਲੋਂ ਟੁੱਟੀਆਂ ਹੋ ਜਾਸਾਂ ਇਕਲਾਪੀਆਂ। ਜੇ ਮੈਂ ਸੱਜਣ ਦੇ ਗੱਲ ਤੋਂ ਜੁਦਾ ਹੋ ਗਈ, ਟੁੱਟ ਗਈ, ਤਾਂ ਮੈਂ ਬਿਲਕੁਲ ਇਕੱਲੀ ਰਹਿ ਜਾਵਾਂਗੀ। ਹੁਣ ਵੇਲ ਦੀ ਇਹ ਤਰਾਸਦੀ ਹੈ ਕਿ ਉਹ ਰੁੱਖ ਨਾਲ ਜਦ ਤੱਕ ਲੱਗੀ ਹੈ ਤਾਂ ਤੱਕ ਉਹ ਜੀਵਿਤ ਆ। ਜੇ ਉਹਨੂੰ ਹਾਂਜੀ ਰੁੱਖ ਨਾਲੋਂ ਜੁਦਾ ਕਰ ਦਿੱਤਾ ਗਿਆ, ਉਹ ਤਾਂ ਜ਼ਮੀਨ ਤੇ ਡਿੱਗ ਜਾਏਗੀ, ਮਰ ਜਾਏਗੀ, ਖਤਮ ਹੋ ਜਾਏਗੀ। ਜਿਸ ਤਰ੍ਹਾਂ ਅਸੀਂ ਇੱਕ ਟਾਹਣੀ ਨੂੰ ਦੇਖੀਏ, ਜੇ ਉਹ ਰੁੱਖ ਨਾਲ ਲੱਗੀ ਹੈ ਤੇ ਉਹਦੇ ਤੇ ਪੱਤੇ ਵੀ ਆਉਂਦੇ ਹੈ, ਫੁੱਲ ਵੀ ਆਉਂਦੇ ਹੈ, ਫਲ ਵੀ ਲੱਗਦੇ ਹੈ, ਉਹ ਜੀਵਿਤ ਰਹਿੰਦੀ ਹੈ। ਪਰ ਜੇ ਕਿਸੇ ਟਾਹਣੀ ਨੂੰ ਅਸੀਂ ਰੁੱਖ ਨਾਲੋਂ ਤੋੜ ਦਈਏ ਤਾਂ ਫਿਰ ਉਹ ਸੋਟੀ ਬਣ ਜਾਂਦੀ ਹੈ, ਫਿਰ ਉਹ ਜੀਵਿਤ ਨਹੀਂ ਰਹਿੰਦੀ, ਉਹ ਮੁਰਦਾ ਹੋ ਜਾਂਦੀ ਹੈ। ਫਿਰ ਉਹਦੇ ਉੱਤੇ ਕੋਈ ਪੱਤਾ ਨਹੀਂ ਉੱਗਦਾ, ਕੋਈ ਫੁੱਲ ਨਹੀਂ ਉੱਗਦਾ, ਕੋਈ ਫਲ ਨਹੀਂ ਲੱਗਦਾ। ਜਦ ਤੱਕ ਟਾਹਣੀ ਰੁੱਖ ਨਾਲ ਜੁੜੀ ਹੈ ਤਾਂ ਤੱਕ ਉਹ ਹਰੀ ਵੀ ਹੁੰਦੀ ਹੈ, ਸੁੱਕਦੀ ਵੀ ਹੈ,
ਉਹਦੇ ਤੇ ਫੁੱਲ ਝੜਦੇ ਵੀ ਐ, ਫੁੱਲ ਨਵੇਂ ਆਉਂਦੇ ਵੀ ਐ, ਪੱਤੇ ਝੜਦੇ ਵੀ ਐ, ਨਵੇਂ ਪੱਤੇ ਆਉਂਦੇ ਵੀ ਐ ਤੇ ਫਲ ਵੀ ਲੱਗਦੇ ਐ। ਉਹ ਜੀਵਿਤ ਹੋਣ ਦੀ ਉਹਦੀ ਨਿਸ਼ਾਨੀ ਹੈ। ਵੇਲ ਦੀ ਵੀ ਇਹੀ ਤਰਾਸਦੀ ਹੈ ਕਿ ਜੇ ਉਹ ਰੁੱਖ ਨਾਲ ਲੱਗੀ ਹੈ ਤੇ ਉਹ ਹਰੀ ਹੈ, ਉਹਨੂੰ ਫੁੱਲ ਵੀ ਲੱਗਣਗੇ, ਫਲ ਵੀ ਲੱਗਣਗੇ। ਪਰ ਜੇ ਉਹਨੂੰ ਰੁੱਖ ਨਾਲੋਂ ਜੁਦਾ ਕਰ ਦਿੱਤਾ ਗਿਆ ਤੇ ਉਹਨੂੰ ਭੁੰਜੇ ਸੁੱਟ ਦਿੱਤਾ ਗਿਆ ਤਾਂ ਬਿਲਕੁਲ ਇਕੱਲੀ ਤੜਪ ਤੜਪ ਕੇ ਮਰ ਜਾਏਗੀ। ਜਿਸ ਤਰ੍ਹਾਂ ਕਿਸੇ ਮੱਛਲੀ ਦਾ ਸਹਾਰਾ ਪਾਣੀ ਹੁੰਦਾ ਹੈ ਤੇ ਜਦੋਂ ਪਾਣੀ ਤੋਂ ਮੱਛਲੀ ਨੂੰ ਜੁਦਾ ਕੀਤਾ ਜਾਂਦਾ ਹੈ ਤਾਂ ਮੱਛਲੀ ਤੜਪ ਤੜਪ ਕੇ ਮਰ ਜਾਂਦੀ ਹੈ। ਉਸੇ ਤਰ੍ਹਾਂ ਜੀਵਾਤਮਾ ਦਾ ਸਹਾਰਾ ਸਿਰਫ ਤੇ ਸਿਰਫ ਪਰਮਾਤਮਾ ਹੈ। ਜਿਸ ਜੀਵਾਤਮਾ ਨੂੰ ਪਰਮਾਤਮਾ ਤੋਂ ਵੱਖਰਿਆਇਆ ਜਾਂਦਾ ਹੈ, ਉਹਦੀ ਹਾਲਤ ਬਿਲਕੁਲ ਏਦਾਂ ਹੀ ਹੋ ਜਾਂਦੀ ਹੈ ਜਿਵੇਂ ਵੇਲ ਦੀ ਹਾਲਤ ਹੋ ਰਹੀ ਹੈ। ਉਹ ਕਹਿੰਦੇ ਹੋ ਜਾਸਾਂ, ਜਾਸਾਂ ਕੀ ਹੈ? ਜਾਵਾਂਗੀ। ਜਾਸਾਂ ਸ਼ਬਦ ਲਹਿੰਦੀ ਭਾਸ਼ਾ ਦਾ ਸ਼ਬਦ ਆ। ਪੰਜਾਬੀ ਦੀ ਬਹੁਤ ਸਾਰੀਆਂ ਉਪਭਾਸ਼ਾਵਾਂ ਹੈ, ਉਹਨਾਂ ਚ ਲਹਿੰਦੀ ਇੱਕ ਉਪਭਾਸ਼ਾ ਹੈ। ਕਰਸਾਂ, ਮਰੇਸਾਂ, ਜਾਸਾਂ, ਉਹ ਸ਼ਬਦ ਕਿਰਿਆ ਰੂਪ ਵਿੱਚ ਹੈ। ਕਹਿੰਦੇ ਫਿਰ ਮੈਂ ਬਿਲਕੁਲ ਕੱਲੀ ਹੋ ਜਾਵਾਂਗੀ, ਮੇਰੇ ਹੱਡ ਤਾਣ ਨਹੀਂ। ਨਹੀਂ ਸ਼ਬਦ ਵੀ ਇਹਦੇ ਲਈ ਹੋ ਸਕਦਾ ਸੀਗਾ। ਕਹਿੰਦੇ ਮੇਰੀਆਂ ਹੱਡੀਆਂ ਵਿੱਚ ਤਾਕਤ ਨਹੀਂ ਹੈ। ਤਾਣ ਦਾ ਮਤਲਬ ਤਾਕਤ, ਹੱਡ ਦਾ ਮਤਲਬ ਹੱਡੀਆਂ। ਸੱਕਾਂ ਨਾ ਖੜੋਏ ਪੈਰੀ, ਮੈਂ ਆਪਣੇ ਪੈਰਾਂ ਤੇ ਖੜ ਨਹੀਂ ਸਕਦੀ, ਕਿਉਂਕਿ ਵੇਲ ਕਦੇ ਵੀ ਆਪ ਨਹੀਂ ਖੜੀ ਹੋ ਸਕਦੀ। ਵੇਲ ਨੂੰ ਕੋਈ ਸਹਾਰਾ ਚਾਹੀਦਾ। ਹੁਣ ਅਸੀਂ ਘਰ 'ਚ ਜਦੋਂ ਕੋਈ ਵੇਲ ਲਗਾਉਂਦੇ ਹਾਂ, ਹੁਣ ਮੰਨ ਲਓ ਕੋਈ ਰੁੱਖ ਨਹੀਂ ਵੀ ਹੈ ਤੇ ਉਹ ਦੀਵਾਰ ਦੇ ਸਹਾਰੇ ਚੱਲਦੀ ਹੈ ਜਾਂ ਕਿਸੇ ਰੱਸੀ ਦੇ ਸਹਾਰੇ ਚੱਲਦੀ ਹੈ। ਉਹਨੂੰ ਸਹਾਰੇ ਦੀ ਲੋੜ ਹੈ। ਤੇ ਆਮ ਤੌਰ ਤੇ ਬਾਗਾਂ ਵਿੱਚ, ਜੰਗਲਾਂ ਵਿੱਚ ਤੇ ਹੋਰ ਥਾਵਾਂ ਤੇ ਅਸੀਂ ਕੀ ਦੇਖਦੇ ਹਾਂ? ਉਹਨੂੰ ਰੁੱਖ ਦਾ ਸਹਾਰਾ ਮਿਲ ਜਾਂਦਾ ਤੇ ਉਹ ਵਧਣੀ ਫੁੱਲਣੀ ਸ਼ੁਰੂ ਕਰ ਦਿੰਦੀ ਹੈ। ਉਹ ਕਹਿੰਦੇ ਕਿ ਮੇਰੀ ਹੱਡੀਆਂ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਮੈਂ ਆਪਣੇ ਪੈਰਾਂ ਤੇ ਖਲੋ ਸਕਾਂ। ਖੜੀ ਸੱਜਣ ਆਸਰੇ ਹਾਂ। ਜੇ ਮੈਂ ਖੜੀ ਹਾਂ ਤੇ ਰੁੱਖ ਦੇ ਆਸਰੇ ਖੜੀ ਹਾਂ। ਦੂਸਰੇ ਲਫ਼ਜ਼ਾਂ ਵਿੱਚ ਜੀਵਾਤਮਾ ਕਹਿ ਰਹੀ ਹੈ ਕਿ ਮੇਰੀ ਕੋਈ ਤਾਕਤ ਨਹੀਂ ਹੈ। ਐ ਪਰਮਾਤਮਾ, ਜੇ ਮੈਂ ਖੜਾ ਤੇ ਤੇਰੇ ਕਰਕੇ ਖੜਾ, ਤੇਰੇ ਬਿਨਾਂ ਤਾਂ ਮੈਨੂੰ ਇੱਕ ਸਾਹ ਵੀ ਨਹੀਂ ਆਉਂਦਾ। ਇਹ ਨਿਮਰਤਾ ਦੀ ਗੱਲ ਹੈ, ਸੂਚਕ ਹੈ ਕਿ ਜੇ ਕੋਈ ਬੰਦਾ ਖੜਾ ਹੈ ਤੇ ਉਹ ਕਹਿੰਦਾ ਮੈਂ ਤਾਂ ਰੱਬ ਦੇ ਆਸਰੇ ਖੜਾ, ਪ੍ਰਭ ਡੋਰੀ ਹਾਥ ਤੁਮਾਰੇ। ਉਹਦਾ ਤਾਂ ਇਹੀ ਮਨੋਭਾਵ ਹੁੰਦਾ ਕਿ ਮੇਰੀ ਜਿਹੜੀ ਡੋਰੀ ਹੈ ਉਹ ਤੇਰੇ ਹੱਥ ਹੈ। ਉਹ ਕਹਿੰਦਾ ਇਹਦੇ ਵਿੱਚ ਇਹ ਗੱਲ ਕਹਿ ਰਹੀ ਹੈ, ਇਹਦੇ ਵਿੱਚ ਸੌਰੀ ਭਾਈ ਵੀਰ ਸਿੰਘ ਜੀ, ਇਹ ਗੱਲ ਕਹਿ ਰਹੇ ਹੈ ਜੀਵਾਤਮਾ ਦੇ ਰੂਪ ਵਿੱਚ, ਇੱਕ ਸੱਜਣ ਦੇ ਰੂਪ ਵਿੱਚ, ਇੱਕ ਜਗਿਆਸੂ ਦੇ ਰੂਪ ਵਿੱਚ, ਕਿ ਮੇਰੀਆਂ ਹੱਡੀਆਂ ਵਿੱਚ ਕੋਈ ਤਾਕਤ ਨਹੀਂ ਹੈ ਕਿ ਮੈਂ ਆਪਣੇ ਪੈਰਾਂ ਤੇ ਖਲੋ ਸਕਾਂ। ਖੜੀ ਸੱਜਣ ਆਸਰੇ ਹਾਂ, ਕਿ ਮੈਂ ਤਾਂ ਸੱਜਣ ਦੇ ਆਸਰੇ ਹੀ ਖਲੋਤੀ ਹਾਂ। ਅਬਲਾ ਮੈਂ ਅਮਾਪੀਆਂ। ਅਬਲਾ ਦਾ ਮਤਲਬ ਹੁੰਦਾ ਜਿਹਦੇ ਵਿੱਚ ਕੋਈ ਬਲ ਨਹੀਂ ਹੈ। ਔਰਤ ਨੂੰ ਆਮ ਤੌਰ ਤੇ ਅਬਲਾ ਕਿਹਾ ਜਾਂਦਾ। ਅਬਲਾ ਉਹ ਕਦੋਂ ਹੁੰਦੀ ਹੈ? ਜਦੋਂ ਪਤੀ ਦਾ ਸਹਾਰਾ ਨਹੀਂ ਹੁੰਦਾ। ਹੁਣ ਜੇ ਪਤੀ ਦਾ ਸਹਾਰਾ ਹੋਵੇ ਤਾਂ ਔਰਤ ਬੜੀ ਬਲਵਾਨ ਹੋ ਜਾਂਦੀ ਹੈ। ਅਮਾਪੀਆ, ਮਾਪਿਆ ਨਹੀਂ ਜਾ ਸਕਦਾ ਜਿਸ ਨੂੰ। ਕਹਿੰਦੇ ਮੈਂ ਕਿੰਨੀ ਤਾਕਤ ਵੀ ਹੋਣੀ ਆ, ਉਸ ਰੁੱਖ ਤੋਂ ਬਿਨਾਂ ਮੈਂ ਮਾਪ ਕੇ ਦੱਸ ਵੀ ਨਹੀਂ ਸਕਦੀ। ਜੀਵਾਤਮਾ ਪਰਮਾਤਮਾ ਤੋਂ ਬਿਨਾਂ ਕਿੰਨਾ ਆਪਣੇ ਆਪ ਨੂੰ ਨਿਤਾਣਾ ਮਹਿਸੂਸ ਕਰਦੀ ਹੈ, ਇਹ ਦੱਸਿਆ ਨਹੀਂ ਜਾ ਸਕਦਾ। ਬਹੁਤ ਸਾਰੇ ਸਾਡੇ ਗੁਰਬਾਣੀ ਦੇ ਸ਼ਬਦ ਇਹੀ ਗੱਲ ਦੱਸਦੇ ਆ ਵੀ ਨਿਤਾਣਿਆਂ ਦਾ ਤਾਣੈ ਤੋਂ, ਨਿਮਾਣਿਆਂ ਦਾ ਮਾਣੈ ਤੋਂ। ਤੇ ਉਹੀ ਜਿਹੜੀ ਭਾਵਨਾ ਹੈ ਉਹ ਇਹਦੇ ਵਿੱਚ ਜ਼ਾਹਰ ਕੀਤੀ ਗਈ ਹੈ। ਪਿਆਰੇ ਨਾ ਵਿਛੋੜੀਏ ਵੇ। ਹੁਣ ਭਾਈ ਵੀਰ ਸਿੰਘ ਦੇ ਵਿੱਚ ਇੱਕ ਉਪਦੇਸ਼ ਦੇ ਰਹੇ ਹੈ। ਕਿਹਨੂੰ ਉਪਦੇਸ਼ ਦੇ ਰਹੇ? ਜਨ ਮਾਨਸ ਨੂੰ ਉਪਦੇਸ਼ ਦੇ ਰਹੇ ਹੈ। ਉਹਨਾਂ ਲੋਕਾਂ ਨੂੰ ਉਪਦੇਸ਼ ਦੇ ਰਹੇ ਹੈ ਜਿਹੜੇ ਦੁਨੀਆ ਵਿੱਚ ਮਿਲਿਆ ਹੋਇਆਂ ਦਾ ਪਿਆਰ ਬਰਦਾਸ਼ਤ ਨਹੀਂ ਕਰਦੇ। ਉਹ ਕਹਿੰਦੇ ਕਿ ਪਿਆਰੇ ਨਾ ਵਿਛੋੜੀਏ ਵੇ। ਜਿਹੜੇ ਪਿਆਰ ਕਰਨ ਵਾਲੇ ਹੈ ਉਹਨਾਂ ਵਿੱਚ ਵਿਛੋੜਾ ਕਦੇ ਨਹੀਂ ਪਾਉਣਾ ਚਾਹੀਦਾ। ਮਿਲੇ ਨਾ ਨਿਖੇੜੀਏ ਵੇ। ਨਿਖੇੜਨਾ ਦਾ ਮਤਲਬ ਅਲੱਗ-ਅਲੱਗ ਕਰਨਾ। ਜਿਹੜੇ ਆਪਸ ਵਿੱਚ ਮਿਲੇ ਹੋਏ ਹੋਣ ਉਹਨਾਂ ਨੂੰ ਕਦੇ ਵੀ ਨਖੇੜਨਾ ਨਹੀਂ ਚਾਹੀਦਾ। ਆਸਰੇ ਨਾ ਤੋੜੀਏ ਵੇ। ਜਿਹੜੇ ਇੱਕ ਦੂਜੇ ਦੇ ਆਸਰੇ ਹੋਣ ਉਹਨਾਂ ਦੇ ਆਸਰਾ ਤੋੜਨਾ ਨਹੀਂ ਚਾਹੀਦਾ। ਹੁਣ ਵੇਲ ਦਾ ਆਸਰਾ ਤਾਂ ਸਿਰਫ ਰੁੱਖ ਹੀ ਹੈ। ਜੇ ਕੋਈ ਰੁੱਖ ਨਾਲੋਂ ਵੇਲ ਨੂੰ ਜੁਦਾ ਕਰੇਗਾ ਉਹ ਤਾਂ ਵਿਚਾਰੀ ਐਂ ਹੀ ਪੁੰਜੇ ਡਿੱਗ ਕੇ ਮਰ ਜਾਏਗੀ। ਐਵੇਂ ਪਾੜੀਏ ਨਾ ਜੋੜੀਆਂ। ਜੋੜੀਆਂ ਨੂੰ ਕਦੇ ਪਾੜਨ ਵਾਲਾ ਕੰਮ ਜਿਹੜਾ ਹੈ ਉਹ ਨਹੀਂ ਕਰਨਾ ਚਾਹੀਦਾ। ਵਸਲ ਵੇਖ ਖਿੱਚੀਏ ਨਾ। ਮਿਲਾਪ, ਕਿਸੇ ਦੇ ਮਿਲਾਪ ਨੂੰ ਦੇਖ ਕੇ ਖਿੱਚਣਾ ਨਹੀਂ ਚਾਹੀਦਾ। ਅੱਡ ਕਰ ਰੀਝੀਏ ਨਾ। ਕਿਸੇ ਨੂੰ ਜੁਦਾ ਕਰਕੇ ਖੁਸ਼ ਨਹੀਂ ਹੋਣਾ ਚਾਹੀਦਾ। ਇੱਕ ਹੋਈਆਂ ਜਿੰਦਾਂ ਦੀਆਂ, ਜਿਹੜੀਆਂ ਜਿੰਦਾਂ ਇੱਕ ਹੋ ਜਾਂਦੀਆਂ ਹੁੰਦੀਆਂ ਨਹੀਂ ਉਹ ਕੌੜੀਆਂ, ਉਹਨਾਂ ਨੂੰ ਅਲੱਗ-ਅਲੱਗ, ਉਹਨਾਂ ਦੇ ਕਿਹੜਪੁਣਾ ਉਹਦੇ ਚ ਲਿਆਣਾ।
ਕਿਹੜੀਆਂ ਸ਼ਬਦ ਐਕਚੁਅਲੀ ਉਹਨਾਂ ਵਿੱਚ ਵੱਖਰਿਆਉਣਾ, ਉਹਨਾਂ ਨੂੰ ਅਲੱਗ-ਅਲੱਗ ਕਰਨਾ ਇਹ ਕਿਤੇ ਵੀ ਵਾਜਬ ਨਹੀਂ ਹੁੰਦਾ। ਵਿੱਥਾਂ ਵਾਲੇ ਜੱਗ ਵਿੱਚ ਵਿੱਥਾਂ ਪਈਆਂ ਚੱਪੇ-ਚੱਪੇ। ਕਹਿੰਦਾ ਸੰਸਾਰ ਤਾਂ ਪਹਿਲਾਂ ਹੀ ਇੱਕ ਦੂਜੇ ਦੇ ਨਾਲ ਨਫ਼ਰਤ ਨਾਲ ਭਰਿਆ ਹੋਇਆ। ਬਹੁਤ ਸਾਰੇ ਰਿਸ਼ਤੇ ਸਾਨੂੰ ਇਹੋ ਜਿਹੇ ਹੁੰਦੇ ਆ ਜਿਹੜੇ ਦੇਖਣ ਨੂੰ ਬਾਹਰੋਂ ਲੱਗਦੇ ਆ ਕਿ ਇੱਕ ਹੈ, ਪਰ ਉਹਨਾਂ ਵਿੱਚ ਬਹੁਤ ਵਿੱਥ ਹੁੰਦੀ ਹੈ। ਵਿੱਥ ਦਾ ਮਤਲਬ ਡਿਸਟੈਂਸ ਹੁੰਦਾ, ਬਹੁਤ ਸਾਰਾ ਫਾਸਲਾ ਹੁੰਦਾ, ਜਿਹਨੂੰ ਅਸੀਂ ਇਹ ਸਮਝਦੇ ਹਾਂ ਨਾ ਕਿ ਸਾਡਾ ਬਹੁਤ ਕਰੀਬੀ ਹੈ। ਜੇ ਜਰਾ ਗੌਰ ਨਾਲ ਦੇਖੀਏ ਤਾਂ ਉਹਦੇ ਵਿੱਚੋਂ ਵੀ ਸਾਨੂੰ ਫਾਸਲਾ ਨਜ਼ਰ ਆਉਂਦਾ। ਕਹਿੰਦਾ ਤਾਂ ਜੱਗ ਹੀ ਵਿੱਥਾਂ ਨਾਲ ਭਰਿਆ ਹੋਇਆ, ਇਹਦੇ 'ਚ ਤਾਂ ਪਹਿਲਾਂ ਹੀ ਵੱਖਰੇਵੇਂ ਬਹੁਤ ਹੈ, ਤੇ ਚੱਪੇ ਚੱਪੇ ਤੇ ਵੱਖਰੇਵੇਂ ਨਜ਼ਰ ਆਉਂਦੇ ਆ। ਅੱਡੋ ਅੱਡ ਸਭ ਕੋਈ, ਕਹਿੰਦਾ ਜਿੱਧਰ ਵੀ ਦੇਖਦੇ ਆ ਸਾਨੂੰ ਸਭ ਅਲੱਗ-ਅਲੱਗ ਹੀ ਨਜ਼ਰ ਆਉਂਦੇ ਆ, ਜੋੜੀਆਂ ਨਹੀਂ ਥੋੜੀਆਂ। ਜਿਹੜੇ ਜੁੜੇ ਹੋਏ ਆ ਨਾ ਇੱਕ ਦੂਜੇ ਨਾਲ, ਜਿਨ੍ਹਾਂ ਦੀ ਆਪਸ ਵਿੱਚ ਬੌਂਡਿੰਗ ਹੈ, ਜਿਹੜੇ ਆਪਸ ਵਿੱਚ ਇੱਕ ਦੂਜੇ ਤੇ ਜਾਨ ਛਿੜਕਦੇ ਆ, ਇੱਕ ਦੂਜੇ ਨਾਲ ਖੁਸ਼ ਰਹਿੰਦੇ ਆ, ਮਿਲੇ ਹੋਏ ਰਹਿੰਦੇ ਆ। ਜੁਦਾ ਹੋਣਾ ਜਿਨ੍ਹਾਂ ਨੂੰ ਮੌਤ ਜਿਹਾ ਲੱਗਦਾ, ਜਿਹੜੇ ਇੱਕ ਦੂਜੇ ਤੋਂ ਬਗੈਰ ਰਹਿ ਨਹੀਂ ਸਕਦੇ, ਕਹਿੰਦੇ ਇਹੋ ਜਿਹੇ ਤਾਂ ਪਹਿਲਾਂ ਹੀ ਸੰਸਾਰ 'ਚ ਬਹੁਤ ਥੋੜੇ ਆ। ਵਿੱਥਾਂ ਮੀਟ ਇੱਕੋ ਹੋਏ, ਜਿਹੜੇ ਆਪਸ ਵਿੱਚ ਡਿਫਰੈਂਸਿਸ ਨੂੰ ਖਤਮ ਕਰਕੇ ਇੱਕ ਹੋਏ ਆ, ਉਹਨਾਂ ਵੇਖ ਰੀਝਣਾ ਵੇ, ਉਹਨਾਂ ਨੂੰ ਦੇਖ ਕੇ ਤਾਂ ਸਗੋਂ ਖੁਸ਼ ਹੋਣਾ ਚਾਹੀਦਾ। ਜੇ ਬੰਦੇ ਦੀ ਸੋਚ ਪੋਜ਼ਿਟਿਵ ਹੈ ਤੇ ਉਹ ਚੰਗੀ ਚੀਜ਼ ਉਹਨੂੰ ਸੁਖਾਏਗੀ, ਉਹ ਖੁਸ਼ ਹੋਏਗਾ। ਤੇ ਜੇ ਸੋਚ ਨੈਗੇਟਿਵ ਹੈ ਤਾਂ ਕਿਸੇ ਦੀ ਖੁਸ਼ੀ ਦੇਖ ਕੇ ਬੰਦਾ ਬਰਦਾਸ਼ਤ ਨਹੀਂ ਕਰਦਾ, ਫਿਰ ਬੰਦਾ ਓਨਾ ਹੀ ਈਰਖਾ ਨਾਲ ਭਰ ਜਾਂਦਾ, ਓਨਾ ਹੀ ਦਵੇਸ਼ ਨਾਲ ਭਰ ਜਾਂਦਾ ਹੈ। ਬਾਹੀਂ ਗਲੇ ਲਿਪਟੀਆਂ, ਜਿਹੜੇ ਇੱਕ ਦੂਜੇ ਦੇ ਨਾਲ ਗਲੇ ਵਿੱਚ ਬਾਹਾਂ ਪਾ ਕੇ ਲਿਪਟੇ ਹੋਏ ਹੋਣ, ਨਾ ਚਾਹੀਏ ਕਦੇ ਤੋੜੀਆਂ, ਉਹਨਾਂ ਨੂੰ ਕਦੇ ਤੋੜਨਾ ਨਹੀਂ ਚਾਹੀਦਾ, ਕਦੇ ਵੱਖਰਿਆਉਣਾ ਨਹੀਂ ਚਾਹੀਦਾ। ਇਹ ਭਾਈ ਵੀਰ ਸਿੰਘ ਨੂੰ ਖਿਆਲ ਉਦੋਂ ਪੈਦਾ ਹੁੰਦਾ ਜਦੋਂ ਉਹ ਆਜੜੀ ਨੂੰ ਦੇਖਦੇ ਆ ਕਿ ਇੱਕ ਵੇਲ ਨੂੰ ਉਹ ਜੁਦਾ ਕਰ ਰਹੇ ਆ ਰੁੱਖ ਨਾਲੋਂ, ਤੇ ਆਪਣੇ ਇੱਜੜ ਤੇ ਪਾ ਰਹੇ ਆ, ਉਹਨਾਂ ਨੂੰ ਪੱਤੇ ਪਾ ਰਹੇ ਆ, ਤੇ ਵੇਲ ਚੋਂ ਸਾੜ ਸਾੜ ਦੀ ਜਿਹੜੀ ਆਵਾਜ਼ ਆਉਂਦੀ ਜਦੋਂ ਖਿੱਚਿਆ ਜਾਂਦਾ, ਤੇ ਉਹਨੂੰ ਲੱਗਦਾ ਕਿ ਵੇਲ ਦੁੱਖ ਮਹਿਸੂਸ ਕਰ ਰਹੀ ਹੈ, ਤਕਲੀਫ ਮਹਿਸੂਸ ਕਰ ਰਹੀ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਕਿਸੇ ਜੀਵਾਤਮਾ ਨੂੰ ਜਦੋਂ ਪਰਮਾਤਮਾ ਤੋਂ ਵੱਖਰਿਆਇਆ ਜਾਂਦਾ, ਤੇ ਜਿਹੜੀ ਸੱਚੀ ਸੁੱਚੀ ਜੀਵਾਤਮਾ ਹੁੰਦੀ ਹੈ, ਜਿਹੜੀ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ, ਉਹ ਵੀ ਆਪਣੇ ਆਪ ਨੂੰ ਏਦਾਂ ਹੀ ਤਕਲੀਫ ਵਿੱਚ ਮਹਿਸੂਸ ਕਰਦੀ ਹੈ। ਇਹ ਸੀ ਬੇਟਾ ਦਾ ਸੈਂਟਰਲ ਆਈਡੀਆ। ਪਤਾ ਨਹੀਂ ਮੈਂ ਕਿੰਨਾ ਕਲੀਅਰ ਕਰ ਪਾਇਆ। हाँ जी अंकल, बिल्कुल हो गया क्लियर, पर ये खत्म हो गया। हाँ जी ਹਾਂਜੀ हाँ जी अंकल, ਹਾਂ, आगे ਇਹ ਪੋਇਮ ਤਾਂ ਹੋ ਗਈ ਬੇਟਾ। हाँ जी हाँ जी। ਬਾਕੀ ਜੇ ਇਹਦੀ ਬਾਈ ਦੀ ਵੀ ਤੁਹਾਨੂੰ ਦੁਬਾਰਾ ਕਿਤੇ ਸੁਣਨਾ ਪਏ ਤੇ ਮੈਂ ਇਹਦੀ ਰਿਕਾਰਡਿੰਗ ਭੇਜ ਦਿਆਂਗਾ ਤੁਹਾਨੂੰ। मैं आप में रिकॉर्ड कर लिया अंकल। ठीक है ओके, फिर तक ठीक हो गया। ठीक है, नहीं तो मेरे को भी है रिकॉर्डिंग, मैं रिकॉर्डिंग भेज देता ਤੁਹਾਨੂੰ। ठीक है हाँ जी भेज देना, वैसे मेरे फोन से आ जाएगी ना। हाँ जी ਤੁਸੀਂ ਭੇਜ ਦੇਣਾ, ਮੇਰੇ ਫੋਨ ਤੇ ਕਲੀਅਰ ਆ ਜਾਏਗੀ, ਦੂਜੇ ਫੋਨ ਤੋਂ ਕੀਤੀ ਸੀ, ਪਤਾ ਨਹੀਂ ਕਲੀਅਰ ਹੋਈ नहीं कोई नहीं, मैं भेज दियांगा। मैं देख लेना जे मेरे को आ गई हुई ना रिकॉर्डिंग ਤੇ ਮੈਂ ਤੁਹਾਨੂੰ ਭੇਜ ਹਾਂਜੀ ਦਿਆਂਗਾ। ਠੀਕ ਹੈ, ਸਮਝ ਆ ਹੋਰ ਗਿਆ ਵੈਸੇ ਥੋੜਾ। ਹੋਰ ਕਿਹੜੀ ਪੋਇਮ ਹੈ ਬੇਟਾ ਇਸ ਤੋਂ ਇਲਾਵਾ? ਹੋਰ ਪਹਿਲੀ ਪੰਜਲਾ ਮੇਰਾ ਟੁੱਟਾ ਜਿਹਾ ਗੀਤ। ਅੱਛਾ, ਇਹ ਪਿੰਜਰੇ ਪਿਆ ਪੰਛੀ ਤੇ ਇਲਮ ਤੇ ਅਮਲ, ਇਹ ਸਮਝ ਆ ਗਏ? ਹਾਂਜੀ, ਜਿਹੜੀ ਇਹਨਾਂ ਦੀ ਫਸਟ ਭਾਈ ਵੀਰ ਸਿੰਘ ਦੀ ਫਸਟ ਤੇ ਸੈਕੰਡ ਪੋਇਮ ਹੈ, ਪਿੰਜਰੇ ਪਿਆ ਪੰਛੀ ਤੇ ਇਲਮ ਤੇ ਅਮਲ, ਇਹ ਦੋਨੋਂ ਸਮਝ ਆ ਗਈਆਂ ਪੋਇਮ? ਇਹ ਮੈਂ ਅਜੇ ਕੀਤੀ ਨਹੀਂ, ਬਾਕੀ ਮੇਰੀ ਫਰੈਂਡ ਨੇ ਕੀਤੀ ਹੈ, ਉਹ ਕਹਿੰਦੀ ਉਹ ਕਰਾ ਦੇਗੀ। ਅੱਛਾ ਮੈਂ ਅੱਛਾ ਤਾਂ ਅੱਛਾ, ਹੀ ਨਹੀਂ, ਜਿਵੇਂ ਪੰਜਾਬੀ में तो ਹੁੰਦੀ ਨਹੀਂ, ਮਤਲਬ ਮੁਸ਼ਕਿਲ ਲੱਗ ਰਹੀ ਨਹੀਂ ਹੈ। ਜੇ ਕਹਿੰਦੇ ਤਾਂ ਮੈਂ ਇਹਨਾਂ ਦੋਨਾਂ ਨੂੰ ਵੀ ਫਟਾਫਟ ਕਲੀਅਰ ਕਰ ਦੇਣਾ ਤੇ ਪੂਰਾ ਚੈਪਟਰ ਕੰਪਲੀਟ ਹੋ ਜਾਏਗਾ। ਜਿਵੇਂ ਹਾਂਜੀ ਤੁਸੀਂ, ਠੀਕ ਹੈ, ਫਿਰ ਤੁਸੀਂ ਅੱਜ ਆਹ ਵਾਲਾ ਕਰਾ ਦਿਓ। ਹਾਂ ਕੱਲ ਫਿਰ ਮੈਂ ਉਹ ਪ੍ਰੋਫੈਸਰ ਪੂਰਨ ਸਿੰਘ ਦਾ ਕਰਾ ਦਾਂਗਾ। ਠੀਕ ਹੈ, ਹਾਂਜੀ ਤੇ ਥੈਂਕ ਯੂ ਆ ਅੰਕਲ। ਮੈਂ 2 ਪੋਇਮਸ ਲੈ ਰਹੇ ਹਾਂ। ਸਭ ਤੋਂ ਪਹਿਲਾਂ ਪੋਇਮ ਹੈ ਪਿੰਜਰੇ ਪਿਆ ਪੰਛੀ। ਠੀਕ ਹੈ, ਹਾਂਜੀ ਹੁਣ ਹਾਂਜੀ ਸੰਸਾਰ ਤੇ 2 ਤਰ੍ਹਾਂ ਦੇ ਜੀਵ ਹੈ, ਇੱਕ ਮਨੁੱਖ ਹੈ, ਇੱਕ ਪੰਛੀ ਹੈ। ਠੀਕ ਹੈ, ਹਾਂਜੀ ਮਨੁੱਖ ਤੇ ਪੰਛੀਆਂ ਵਿੱਚ ਫਰਕ ਇਹ ਹੈ ਕਿ ਪੰਛੀਆਂ ਨੂੰ ਖੰਭ ਲੱਗੇ ਹੁੰਦੇ ਆ, ਮਨੁੱਖ ਨੂੰ ਕੋਈ ਖੰਭ ਨਹੀਂ ਹੈ। ਹਾਂਜੀ ਤੇ ਜਦੋਂ ਕਿਸੇ ਕੋਲ ਕੋਈ ਚੀਜ਼ ਨਾ ਹੋਵੇ, ਉਹ ਉਸ ਚੀਜ਼ ਦੀ ਕਦਰ ਨਹੀਂ ਕਰ ਸਕਦਾ। ਇਹ ਗੱਲ ਤਾਂ ਅਸੀਂ ਮੰਨਦੇ ਹਾਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਖੰਭਾਂ ਦੀ ਅਹਿਮੀਅਤ ਕੀ ਹੈ, ਕਿਉਂਕਿ ਸਾਡੇ ਕੋਲ ਤਾਂ ਖੰਭ ਨਹੀਂ ਹੈ।
ਠੀਕ ਹੈ। ਹਾਂਜੀ ਸਾਡੇ ਕੋਲ ਲੱਤਾਂ ਹੈ, ਹੁਣ ਜੇ ਕਿਸੇ ਦੀ ਲੱਤ ਨਾ ਹੋਵੇ ਤਾਂ ਉਹਨੂੰ ਪਤਾ ਲੱਗਦਾ ਕਿ ਲੱਤ ਦੀ ਅਹਿਮੀਅਤ ਕੀ ਆ। ਜੇ ਕਿਸੇ ਦੀ ਹਾਂਜੀ ਬਾਂਹ ਨਾ ਹੋਵੇ ਤਾਂ ਉਹਨੂੰ ਪਤਾ ਲੱਗਦਾ ਨਾ ਬਾਂਹ ਦੀ ਜ਼ਰੂਰਤ ਕੀ ਆ। ਹਾਂਜੀ ਠੀਕ ਹੈ। ਹਾਂਜੀ ਹੁਣ ਇਸੇ ਹਾਂਜੀ ਤਰ੍ਹਾਂ ਇਹਦੇ ਵਿੱਚ ਇੱਕ ਤੁਲਨਾ ਕੀਤੀ ਗਈ ਹੈ। ਬਹੁਤ ਸਾਰੇ ਅਸੀਂ ਦੇਖਦੇ ਹਾਂ ਕਿ ਅੱਜ ਵੀ ਅਸੀਂ ਦੇਖਦੇ ਹਾਂ, ਇਹ ਮਨੁੱਖਾਂ ਨੇ ਕੀ ਕੀਤਾ ਕਿ ਬੜੇ ਖੂਬਸੂਰਤ ਪਿੰਜਰੇ ਲੈ ਕੇ ਉਹਦੇ ਵਿੱਚ ਖੂਬਸੂਰਤ ਜਿੰਨੇ ਵੀ ਪੰਛੀ ਉਹਨਾਂ ਨੂੰ ਕੈਦ ਕੀਤਾ ਹੋਇਆ। ਅੱਜ ਵੀ ਹਾਂਜੀ ਸਾਨੂੰ ਕਰਨਾਲ ਵਿੱਚ ਵੀ ਬਹੁਤ ਸਾਰੇ ਪੰਛੀ ਜਿਹੜੇ ਆ, ਉਹ ਚਿੜੀਆਂ ਜਿਹੜੀਆਂ ਹੈ, ਉਹ ਚਹਿਕਦੀਆਂ ਹੋਈਆਂ, ਉਹ ਪਿੰਜਰੇ ਵਿੱਚ ਕੈਦ ਵਿਕਦੀਆਂ ਹੋਈਆਂ ਨਜ਼ਰ ਆਉਂਦੀਆਂ। ਉਹ ਮਤਲਬ ਕਿ ਸਾਨੂੰ ਲੋਕ ਪੰਛੀਆਂ ਨੂੰ ਪਾਲਦੇ ਆ, ਉਹਨਾਂ ਹਾਂਜੀ ਪਿੰਜਰੇ 'ਚ ਉਹਨਾਂ ਨੂੰ ਕੈਦ ਕਰ ਦਿੰਦੇ ਆ, ਉਹਨਾਂ ਨੂੰ ਚੋਗਾ ਵੀ ਪਾਈ ਜਾਂਦੇ ਆ, ਸਾਰਾ ਕੁਝ ਕਰੀ ਜਾਂਦੇ ਆ। ਪਰ ਇਨਸਾਨੀਅਤ ਦੇ ਪੱਖੋਂ ਜੇ ਦੇਖਿਆ ਜਾਏ ਤਾਂ ਇਹ ਬਹੁਤ ਗਲਤ ਹੈ, ਕਿਉਂਕਿ ਰੱਬ ਨੇ ਤਾਂ ਪੰਛੀ ਨੂੰ ਖੰਭ ਦਿੱਤੇ ਆ ਤੇ ਉਹ ਦਿੱਤੇ ਆ ਉਹਨੂੰ ਆਕਾਸ਼ ਵਿੱਚ ਉੱਡਣ ਵਾਸਤੇ। ਤੇ ਬੰਦਾ ਕੀ ਕਰਦਾ, ਉਹਦੇ ਕੋਲ ਉਹਦੇ ਖੰਭ ਖੋਹ ਲੈਂਦਾ, ਉਹਨੂੰ ਪਿੰਜਰੇ 'ਚ ਡੱਕ ਦਿੰਦਾ। ਤੇ ਇਹ ਗੱਲ ਕਿਤੇ ਵੀ ਕਿਸੇ ਵੀ ਲਿਹਾਜ਼ ਨਾਲ ਵਾਜਿਬ ਨਹੀਂ ਹੋ ਸਕਦੀ। ਹੁਣ ਇਸ ਮਾਨਵੀ ਪੱਖ ਨੂੰ ਜਿਹੜੇ ਹੈ ਉਹ ਭਾਈ ਵੀਰ ਸਿੰਘ ਉਜਾਗਰ ਕਰਦੇ। ਮਨੁੱਖ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਮਨੁੱਖ ਉਹ ਹੁੰਦੇ ਜਿਹੜੇ ਕਰੂਰ ਹੁੰਦੇ ਆ, ਜਿਹੜੇ ਕਿਸੇ ਦੇ ਦਰਦ ਨੂੰ ਨਹੀਂ ਸਮਝਦੇ, ਤੇ ਇੱਕ ਉਹ ਹੁੰਦੇ ਆ ਜਿਹੜੇ ਦਇਆਲੂ ਕਿਸਮ ਦੇ ਹੁੰਦੇ ਆ, ਜਿਨ੍ਹਾਂ ਤੋਂ ਦੂਜਿਆਂ ਦਾ ਦਰਦ ਦੇਖਿਆ ਨਹੀਂ ਜਾਂਦਾ। ਠੀਕ ਹੈ, ਦੋ ਹੀ ਤਰ੍ਹਾਂ ਦੇ ਮਨੁੱਖ ਹੈ ਸੰਸਾਰ ਦੇ ਵਿੱਚ। ਹੁਣ ਇੱਕ ਉਸ ਬੰਦੇ ਨੂੰ ਜਿਹੜਾ ਪਿੰਜਰੇ ਦੀ ਤਾਰੀਫ ਕਰ ਰਹੇ ਆ, ਉਸ ਨੂੰ ਮੁਖਾਤਿਬ ਹੋ ਕੇ ਭਾਈ ਵੀਰ ਸਿੰਘ ਕਹਿ ਰਹੇ ਆ, ਕਹਿੰਦੇ ਕਿ ਦੇਖ ਜ਼ਾਲਮ ਖੜਾ ਹਵਾ ਖੁੱਲੀ ਵਿੱਚ। ਜਿਹੜਾ ਜ਼ਾਲਮ ਹੈ, ਕਹਿੰਦਾ ਆਪ ਤੋਂ ਖੁੱਲੀਆਂ ਹਵਾਵਾਂ ਵਿੱਚ ਖੜਾ, ਤੇ ਅਖੇ ਪਿੰਜਰਾ ਸੋਹਣਾ। ਕਹਿ ਕੀ ਰਿਹਾ ਕਿ ਪਿੰਜਰਾ ਬਹੁਤ ਸੋਹਣਾ ਹੈ। ਵਿੱਚ ਆ ਜਾਏ ਫਿਰ ਮੈਂ ਪੁੱਛਾਂ ਕਿੰਨਾ ਹੈ ਮਨ ਮੋਣਾ। ਕਹਿੰਦਾ ਜੇ ਕਿਤੇ ਉਹਨੂੰ ਕੋਈ ਪਿੰਜਰੇ ਵਿੱਚ ਕੈਦ ਕਰ ਲੇ ਤੇ ਫਿਰ ਮੈਂ ਉਹਨੂੰ ਪੁੱਛਾਂ ਕਿ ਦੇਖ ਪਿੰਜਰਾ ਕਿੰਨਾ ਸੋਹਣਾ। ਅਸੀਂ ਦੂਜੇ ਦੇ ਦਰਦ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਸਮਝ ਨਹੀਂ ਸਕਦੇ। ਸੌਰੀ, ਬਰਦਾਸ਼ਤ ਕਹਿ ਰਿਹਾ ਮੈਂ, ਦੂਸਰੇ ਦੇ ਦਰਦ ਨੂੰ ਅਸੀਂ ਸਮਝ ਨਹੀਂ ਸਕਦੇ। ਹੁਣ ਆਜ਼ਾਦੀ ਦਾ ਮੁੱਲ ਕਦੋਂ ਪਤਾ ਲੱਗਦਾ? ਜਦੋਂ ਕਿਸੇ ਨੂੰ ਇੱਕ ਦਿਨ ਹੀ ਘਰ 'ਚ ਡੱਕ ਦਿੱਤਾ ਜਾਏ ਨਾ, ਤੇ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਾ ਹੋਵੇ, ਤੇ ਉਹ ਕਿੰਨਾ ਤੰਗ ਹੋ ਜਾਂਦਾ ਕਿ ਮੈਂ ਬਾਹਰ ਨਹੀਂ ਜਾ ਸਕਦਾ। ਹੁਣ ਜਦੋਂ ਹਾਂਜੀ ਕਿਸੇ ਨੂੰ ਜੇਲ੍ਹ ਹੋ ਜਾਂਦੀ ਹੈ ਤਾਂ ਉਹਨੂੰ ਪਤਾ ਲੱਗਦਾ ਕਿ ਘਰ ਦੀ ਕੀ ਕੀਮਤ ਹੈ ਤੇ ਜੇਲ੍ਹ ਤੋਂ ਬਾਹਰ ਦੁਨੀਆ ਦੀ ਖੁੱਲੀ ਹਵਾਵਾਂ ਦੀ ਕੀ ਕੀਮਤ ਆ। ਉਹ ਕਹਿੰਦੇ ਮਨੁੱਖ ਜਿਹੜਾ ਹੈ ਉਹ ਇੰਨਾ ਜ਼ਾਲਮ ਪ੍ਰਵਿਰਤੀ ਦਾ। ਉਹ ਕਹਿੰਦਾ ਕਹਿਣ ਨੂੰ ਕਹੀ ਜਾ ਰਿਹਾ ਪਿੰਜਰਾ ਸੋਹਣਾ, ਪਰ ਕਹਿੰਦਾ ਜੇ ਪਿੰਜਰੇ ਦੇ ਵਿੱਚ ਖੁਦ ਕੈਦ ਹੋਵੇ ਫਿਰ ਮੈਂ ਉਹਨੂੰ ਪੁੱਛਾਂ ਕਿ ਦੱਸ ਹੁਣ ਤੈਨੂੰ ਕਿੱਦਾਂ ਲੱਗ ਰਿਹਾ, ਇਹ ਕਿੰਨਾ ਕੁ ਮਨਮੋਹਣਾ ਹੈ। ਕਹਿੰਦੇ ਪਰ ਤੋਂ ਹੀਨ ਧਰਾ ਦੇ ਕੈਦੀ, ਉਹ ਮੂਰਖ ਦਿਲ ਕਰੜੇ, ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੋਣਾ। ਕਹਿੰਦਾ ਹੁਣ ਜਿਹੜਾ ਮਨੁੱਖ ਹੈ ਉਹ ਖੁਦ ਤਾਂ ਪਰਾਂ ਤੋਂ ਹੀਣ ਹੈ, ਪਰ ਮਤਲਬ ਖੰਭ, ਹੀਣ ਦਾ ਮਤਲਬ ਉਹਦੇ ਤੋਂ ਬਗੈਰ। ਹੁਣ ਮਨੁੱਖ ਦੇ ਕੋਲ ਖੁਦ ਤਾਂ ਖੰਭ ਹੈ ਨਹੀਂ, ਉਹ ਤਾਂ ਜ਼ਮੀਨ ਨਾਲ ਬਣਿਆ ਹੋਇਆ, ਉਹ ਤਾਂ ਜ਼ਮੀਨ ਤੇ ਤੁਰ ਤਾਂ ਸਕਦਾ ਹੈ ਪਰ ਆਕਾਸ਼ ਵਿੱਚ ਉਹ ਉੱਡ ਨਹੀਂ ਸਕਦਾ। ਇਹ ਗੱਲ ਵੱਖਰੀ ਕਿ ਅੱਜ ਵਿਗਿਆਨ ਨੇ ਤਰੱਕੀ ਕਰ ਲਈ ਹੈ, ਉਹਨੇ ਲੋਹੇ ਦੇ ਜਹਾਜ਼ ਬਣਾ ਲਏ ਹੈ ਜਿਹਦੇ ਖੰਭਨੁਮਾ ਪਰ ਹੁੰਦੇ ਆ ਤੇ ਉਹ ਆਕਾਸ਼ ਵਿੱਚ ਉੱਡਣ ਲੱਗ ਪਏ ਆ। ਲੇਕਿਨ ਜਿਸ ਤਰ੍ਹਾਂ ਪੰਛੀਆਂ ਦੇ ਕੁਦਰਤੀ ਖੰਭ ਹੁੰਦੇ ਆ ਤੇ ਜਿੱਥੇ ਮਰਜ਼ੀ ਉਹ ਉੱਡਦੇ ਫਿਰਦੇ ਆ, ਉਹਨਾਂ ਲਈ ਕੋਈ ਹੱਦਾਂ ਸਰਹੱਦਾਂ ਨਹੀਂ ਹੈ, ਉਹਨਾਂ ਲਈ ਕੋਈ ਪਾਸਪੋਰਟ ਵੀਜ਼ੇ ਨਹੀਂ ਹੈ, ਜਿਹੜੇ ਮਰਜ਼ੀ ਮੁਲਕ ਵਿੱਚ ਪੂਰੀ ਕੁਦਰਤ, ਪੂਰੀ ਕਾਇਨਾਤ, ਪੂਰੀ ਦੁਨੀਆ ਉਹਨਾਂ ਦੀ ਹੈ। ਇਹ ਆਜ਼ਾਦੀ ਮਨੁੱਖ ਕੋਲ ਤਾਂ ਨਹੀਂ ਹੈ ਨਾ। ਕਹਿੰਦੇ ਮਨੁੱਖ ਖੁਦ ਤਾਂ ਖੰਭਾਂ ਤੋਂ ਵਿਹੂਣਾ ਹੈ, ਖੁਦ ਤਾਂ ਉਹ ਧਰਤੀ ਦੇ ਨਾਲ ਬੰਨਿਆ ਹੋਇਆ। ਕਹਿੰਦਾ ਇਹ ਮੂਰਖ ਕਰੜੇ ਦਿਲ ਵਾਲੇ ਬੰਦੇ, ਕਹਿੰਦਾ ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੋਣਾ। ਕਹਿੰਦਾ ਕਿ ਪੰਛੀ ਨੂੰ ਤਾਂ ਉਡਾਰੀ ਹੀ ਚੰਗੀ ਲੱਗੇਗੀ। ਕਹਿੰਦਾ ਇਹ ਜਿਹੜਾ ਤੈਨੂੰ ਪਿੰਜਰਾ ਬਹੁਤ ਸੋਹਣਾ ਲੱਗ ਰਿਹਾ, ਉਹਦੇ ਲਈ ਤਾਂ ਉਹਦੀ ਜਿੰਦ ਨੂੰ ਖਤਮ ਕਰਨ ਵਾਲਾ। ਜੇ ਕਿਸੇ ਪੰਛੀ ਤੋਂ ਉਹਦੇ ਖੰਭ ਹੀ ਖੋਹ ਲਏ ਜਾਣ ਤਾਂ ਉਹ ਤਾਂ ਗੁਲਾਮ ਹੋ ਕੇ ਰਹਿ ਗਿਆ। ਜੇ ਉਹਦੀ ਆਜ਼ਾਦੀ ਉਹਦੇ ਕੋਲ ਖੋ ਲਈ ਗਈ ਤੇ ਉਹਦੇ ਕੋਲੋਂ ਬਚਿਆ ਹੀ ਕੀ। ਜ਼ਾਲਮ ਨੂੰ ਰੰਗ ਸੋਹਣਾ ਲੱਗਾ, ਮਿੱਠੀ ਲੱਗੀ ਬਾਣੀ। ਕਹਿੰਦਾ ਜ਼ਾਲਮ ਨੂੰ ਕੀ ਹੋਇਆ, ਉਹਨੂੰ ਪੰਛੀ ਦਾ ਰੰਗ ਖੂਬਸੂਰਤ ਨਜ਼ਰ ਆਇਆ। ਹੁਣ ਜੇ ਪੰਛੀ ਨੂੰ ਕੈਦ ਕੀਤਾ ਗਿਆ ਤੇ ਕਿਉਂ ਕੈਦ ਕੀਤਾ ਗਿਆ, ਵੀ ਹਾਂ ਦੇਖਣ ਨੂੰ ਚਿੜੀ ਬੜੀ ਸੋਹਣੀ ਲੱਗ ਰਹੀ ਹੈ ਤੇ ਉਹਦੇ ਚੋਂ ਆਵਾਜ਼ ਜਿਹੜੀ ਉਹਦੀ ਚੀਂ ਚੀਂ ਦੀ ਆਵਾਜ਼ ਨਿਕਲਦੀ ਹੈ, ਜਿਹੜੀ ਉਹਦੀ ਚਹਿਕਾਰ ਨਿਕਲਦੀ ਹੈ, ਉਹਦੀ ਜਿਹੜੀ ਬਾਣੀ ਹੈ ਉਹ ਬਹੁਤ ਮਿੱਠੀ ਹੈ। ਇਸੇ ਕਰਕੇ ਤਾਂ ਉਸਨੂੰ ਉਹਨੇ ਕੈਦ ਕੀਤਾ ਨਾ।
ਕਹਿੰਦਾ ਹਾਂਜੀ ਵਾਵਾ ਕਦਰ ਗੁਣਾਂ ਦੀ ਭਾਈ ਛੂ ਕੇ ਜਾਲੀ ਤਾਣੀ। ਕਹਿੰਦਾ ਮੈਂ ਤਾਂ ਇੱਥੇ ਭਾਈ ਵੀਰ ਸਿੰਘ ਜੀ ਵਿਅੰਗ ਕਰ ਰਹੇ ਆ। ਕਹਿੰਦੇ ਇਹ ਤੋਂ ਚੰਗਾ ਉਹਦੇ ਗੁਣਾਂ ਦੀ ਕਦਰ ਪਾਈ ਹੈ। ਇੱਕ ਤਾਂ ਰੱਬ ਨੇ ਉਹਨੂੰ ਸੁਹੱਪਣ ਦਿੱਤਾ, ਖੂਬਸੂਰਤ ਉਹਨੂੰ ਰੰਗ ਦਿੱਤਾ। ਬਹੁਤ ਸਾਰੀਆਂ ਚਿੜੀਆਂ ਸਾਨੂੰ ਬਹੁਤ ਅਲੱਗ-ਅਲੱਗ ਰੰਗਾਂ ਦੀਆਂ ਨਜ਼ਰ ਆਉਂਦੀਆਂ ਨਾ, ਖੰਭ ਹਾਂਜੀ ਫੜਫੜਾਉਂਦੀਆਂ ਨਜ਼ਰ ਆਉਂਦੀਆਂ ਤੇ ਉਹਦੀ ਚਹਿਕਾਰ ਨਜ਼ਰ ਆਉਂਦੀ ਹੈ। ਕਹਿੰਦਾ ਵਿਚਾਰੇ ਉਹਦੇ ਗੁਣਾਂ ਕਰਕੇ ਹੀ ਉਹਨੂੰ ਮਤਲਬ ਕਿ ਪਿੰਜਰੇ 'ਚ ਕੈਦ ਕਰ ਲਿਆ ਗਿਆ। ਕਹਿੰਦੇ ਰੱਬ ਨੇ ਤਾਂ ਉਹਨੂੰ ਗੁਣ ਦਿੱਤੇ ਤੇ ਗੁਣਾਂ ਦੀ ਆਹ ਕਦਰ ਪਾਈ ਹੈ ਕਿ ਉਹਦੇ ਦੁਆਲੇ ਇੱਕ ਜਾਲੀ ਤਣ ਦਿੱਤੀ ਹੈ, ਉਹਨੂੰ ਉੱਡਣ ਤੋਂ ਹੀ ਵਿਰਵਾ ਕਰ ਦਿੱਤਾ। ਉਹ ਵਿਚਾਰੇ ਦੀ ਹੁਣ ਚਹਿਕਾਰੀ ਤੋਂ ਖੋ ਲਈ ਹੈ, ਉਹਦੀ ਆਜ਼ਾਦੀ ਖੋ ਲਈ, ਉਹਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਕਹਿੰਦਾ ਪਕੜ ਪਿੰਜਰੇ ਪਾਏ ਵਿਛੋੜਿਆ ਸਾਕ ਸਨਈਆਂ ਨਾਲੋਂ। ਕਹਿੰਦਾ ਸਭ ਤੋਂ ਵੱਡਾ ਜ਼ੁਲਮ ਕੀਤਾ ਕਿ ਤੂੰ ਪੰਛੀ ਨੂੰ ਪਕੜਿਆ, ਉਹਨੂੰ ਪਿੰਜਰੇ ਵਿੱਚ ਕੈਦ ਕੀਤਾ ਤੇ ਉਹਨੂੰ ਉਹਦੇ ਹਾਣ ਦੇ ਜਿਹੜੇ ਪੰਛੀ ਹੈ ਜਿਨ੍ਹਾਂ ਦੇ ਨਾਲ ਉਹ ਆਕਾਸ਼ ਵਿੱਚ ਉਡਾਰੀਆਂ ਮਾਰਦੀ ਸੀ, ਚਿੜੀਆਂ ਦਾ ਚੰਬਾ ਹੁੰਦਾ ਸੀਗਾ, ਉਹ ਮਤਲਬ ਕਿ ਕਲੋਲਾਂ ਕਰਦਾ ਸੀ ਅਸਮਾਨ ਵਿੱਚ। ਕਹਿੰਦਾ ਤੂੰ ਉਹਨੂੰ ਉਹਦੇ ਸਕੇ ਸੰਬੰਧੀਆਂ, ਉਹਦੀ ਜਾਤ ਦੇ, ਉਹਦੀ ਬਿਰਾਦਰੀ ਦੇ ਪੰਛੀਆਂ ਤੋਂ, ਉਹਦੇ ਪਰਿਵਾਰ ਤੋਂ ਉਹਨੂੰ ਜੁਦਾ ਕਰ ਲਿਆ। ਕਹਿੰਦਾ ਭੱਠ ਪਏ ਕਦਰ ਤੁਹਾਡੀ। ਕਹਿੰਦਾ ਆ ਤੁਸੀਂ ਉਹਦੀ ਕਦਰ ਪਾਈ, ਭੱਠੀਆਂ ਵਿੱਚ ਸੁੱਟੋ ਇਹੋ ਜੀ ਕਦਰ ਨੂੰ। ਏਦਾਂ ਥੋੜੀ ਕਰਨਾ ਚਾਹੀਦਾ। ਖੋ ਇਸ ਯਾਰੀ ਲਾਣੀ। ਕਹਿੰਦਾ ਤੁਸੀਂ ਉਹਦੇ ਨਾਲ ਚੰਗੀ ਦੋਸਤੀ ਪਾਈ ਹੈ, ਤੁਸੀਂ ਉਹਨੂੰ ਚੱਕ ਕੇ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹਨੂੰ ਚੋਗਾ ਪਾਉਂਦੇ ਹੋ, ਉਹਨੂੰ ਪਾਣੀ ਪਿਆਉਂਦੇ ਹੋ। ਕਹਿੰਦਾ ਪਰ ਅਸਲ 'ਚ ਜੇ ਯਥਾਰਥਕ ਪੱਖੋਂ ਦੇਖਿਆ ਜਾਏ ਤਾਂ ਉਹਦੇ ਤੇ ਤੁਸੀਂ ਜ਼ੁਲਮ ਢਾ ਰਹੇ ਹੋ, ਕਿਉਂਕਿ ਤੁਸੀਂ ਉਹਦੇ ਕੋਲ ਉਹਦੀ ਆਜ਼ਾਦੀ ਖੋਹ ਲਈ ਹੈ ਤੇ ਉਹਦਾ ਅਸਲੀ ਜਿਹੜਾ ਹੱਕ ਹੈ ਉਹਦੀ ਆਜ਼ਾਦੀ ਹੈ। ਪਿੰਜਰੇ ਵਿੱਚ ਪੰਛੀਆਂ ਨੂੰ ਕੈਦ ਕਰਨਾ ਕਿਤੇ ਵੀ ਵਾਜਬ ਨਹੀਂ ਹੁੰਦਾ। ਇਹ ਇਹਦਾ ਹੈ। ਜਿਸ ਤਰ੍ਹਾਂ ਇੱਕ ਅਸੀਂ ਅੰਗਰੇਜ਼ੀ 'ਚ ਕਹਾਣੀ ਪੜ੍ਹੀ ਸੀ ਨਾ, ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਇੱਕ ਬੰਦਾ ਸੀ, ਉਹ ਪੰਛੀਆਂ ਨੂੰ ਗੋਲੀਆਂ ਨਾਲ ਮਾਰਦਾ ਸੀਗਾ। ਫਿਰ ਉਹਨੂੰ ਪਤਾ ਲੱਗਿਆ ਕਿ ਇਹ ਤਾਂ ਬਹੁਤ ਗਲਤ ਕਰ ਰਹੇ ਆ। ਫਿਰ ਉਹਨੇ ਕੀ ਕਰਨਾ ਸ਼ੁਰੂ ਕੀਤਾ, ਉਹਨੇ ਬੰਦੂਕ ਦੀ ਜਗ੍ਹਾ ਕੈਮਰਾ ਰੱਖ ਲਿਆ ਸੀਗਾ ਤੇ ਉਹ ਉਹਨਾਂ ਦੇ ਫੋਟੋ ਕਲਿੱਕ ਕਰਨ ਲੱਗ ਗਿਆ ਸੀਗਾ ਤੇ ਉਹਨੂੰ ਫਿਰ ਐਗਜ਼ੀਬਿਸ਼ਨ ਵਗੈਰਾ 'ਚ ਲੋਕਾਂ ਨੂੰ ਦਿਖਾਉਣ ਲੱਗ ਗਿਆ ਸੀ ਵੀ ਦੇਖੋ ਕੁਦਰਤ ਦੇ ਕਿੰਨੇ ਰੰਗ ਹੈ, ਕਿੱਦਾਂ ਦੇ ਪੰਛੀ ਹੁੰਦੇ ਆ। ਇਸ ਤਰ੍ਹਾਂ ਉਸਨੇ ਜਾਂ ਉਹਦੀ ਵੀਡੀਓ ਬਣਾਉਣੀ ਜਿਹੜੀ ਸ਼ੁਰੂ ਕਰ ਦਿੱਤੀ ਸੀਗੀ ਤੇ ਉਹਨੇ ਜਿਹੜੀ ਹੰਟਿੰਗ ਵਾਲੀ ਜਿਹੜੀ ਆਪਣੀ ਜੌਬ ਹੈ, ਆਪਣਾ ਪ੍ਰੋਫੈਸ਼ਨ ਹੈ ਜਿਹੜਾ, ਉਹਨੂੰ ਤਿਆਗ ਦਿੱਤਾ ਸੀਗਾ। ਕਿਉਂਕਿ ਮਨੁੱਖਤਾ ਇਹੀ ਹੈ ਕਿ ਅਸੀਂ ਜੀਵਾਂ ਤੇ ਜਿਹੜਾ ਹੈ ਉਹ ਜੀਵਾਂ ਪ੍ਰਤੀ ਸਾਡਾ ਜਿਹੜਾ ਰਵੱਈਆ ਉਹ ਬੜਾ ਕਰੁਣਾਮਈ ਹੋਣਾ ਚਾਹੀਦਾ। ਇਹ ਭਾਈ ਵੀਰ ਸਿੰਘ ਜਿਸ ਕਵਿਤਾ ਦੇ ਰਾਹੀਂ ਕਹਿਣਾ ਚਾਹ ਰਹੇ। ਠੀਕ ਠੀਕ ਹੈ, ਇੱਕ ਛੋਟੀ ਜਿਹੀ ਹੈ। ਹੋਰ ਕਰ ਲੈਂਦੇ ਆ। ਹਾਂਜੀ ਇਲਮ ਤੇ ਅਮਲ। ਹਾਂਜੀ ਹੁਣ ਦੋ ਚੀਜ਼ਾਂ ਹੁੰਦੀਆਂ ਰਚੇ। ਇਲਮ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦੀ ਜਾਣਕਾਰੀ ਹੋਣਾ, ਠੀਕ ਹੈ, ਜਿਹਨੂੰ ਅਸੀਂ ਹਾਂਜੀ ਗਿਆਨ ਕਹਿ ਸਕਦੇ ਹਾਂ। ਹੁਣ ਤੁਸੀਂ ਕਿਤਾਬਾਂ ਪੜ੍ਹ ਰਹੇ ਹੋ, ਤੁਸੀਂ ਸਟੂਡੈਂਟ ਹੋ ਤੇ ਉਹ ਤੁਸੀਂ ਕੀ ਓਬਟੇਨ ਕਰ ਰਹੇ ਹੋ? ਇਲਮ। ਠੀਕ ਹੈ, ਡਿਗਰੀ ਤੁਹਾਨੂੰ ਮਿਲੇਗੀ। ਹਾਂ ਵੀ ਤੁਸੀਂ ਆ ਪੇਪਰ ਦਿੱਤੇ, ਆ ਕਿਤਾਬਾਂ ਪੜ੍ਹੀਆਂ, ਆ ਸਿਲੇਬਸ ਤੁਸੀਂ ਪੜ੍ਹਿਆ, ਇਹ ਹੋ ਗਿਆ ਇਲਮ। ਦੂਸਰਾ ਹੈ ਅਮਲ। ਅਮਲ ਦਾ ਮਤਲਬ ਹੁੰਦਾ ਹੈ ਤੁਸੀਂ ਉਹਨੂੰ ਤੁਹਾਡੇ ਐਕਸ਼ਨ ਜੋ ਤੁਸੀਂ ਕੰਮ ਕਰ ਰਹੇ ਹੋ। ਹਾਂਜੀ ਹੁਣ ਦੋ ਚੀਜ਼ਾਂ, ਇੱਕ ਪ੍ਰਸ਼ਨ ਤੋਂ ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ। ਕੋਈ ਪ੍ਰਸ਼ਨ ਖੜਾ ਕਰਕੇ ਅਸੀਂ ਗੱਲ ਨੂੰ ਪੁੱਛ ਲੈਂਦੇ ਹਾਂ। ਅੱਛਾ, ਜੇ ਤੁਹਾਨੂੰ ਪੁੱਛਿਆ ਜਾਏ ਵਿਦਵਾਨ ਹੋਣਾ ਜ਼ਿਆਦਾ ਚੰਗਾ ਹੈ ਜਾਂ ਸ਼ੁਭ ਅਮਲਾਂ ਵਾਲਾ ਹੋਣਾ ਜ਼ਿਆਦਾ ਚੰਗਾ? ਸ਼ੁਭ ਅਮਲਾ ਕੀ ਹੁੰਦਾ? ਸ਼ੁਭ ਅਮਲਾਂ ਮਤਲਬ ਜਿਹਦੇ ਕੰਮ ਚੰਗੇ। ਹਾਂਜੀ ਕੰਮ ਚੰਗੇ ਹੈ। ਹਾਂ, ਮਤਲਬ ਕਿ ਹਾਂਜੀ ਜੇ ਤੁਹਾਡੇ ਸਾਹਮਣੇ ਵਿਦਵਾਨ ਹੁੰਦਾ ਜਿਹਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਹਾਂਜੀ ਠੀਕ ਹੈ, ਹੁਣ ਹਾਂਜੀ ਵਿਦਵਾਨ ਹੋਣਾ ਚੰਗਾ ਹੈ ਜਾਂ ਚੰਗੇ ਕੰਮ ਕਰਨ ਵਾਲਾ ਚੰਗਾ? ਚੰਗੇ ਕੰਮ ਕਰਨ। ਬਿਲਕੁਲ, ਚੰਗੇ ਕੰਮ ਕਰਨ ਵਾਲਾ ਚੰਗਾ ਹੋਏਗਾ। ਇਹ ਸਵਾਲ ਨਹੀਂ ਹੈ ਕਿ ਤੁਸੀਂ ਕਿੰਨੀ ਕਿਤਾਬਾਂ ਪੜ੍ਹੀਆਂ, ਹਾਂਜੀ ਤੁਸੀਂ ਕਿੰਨਾ ਕੁਝ ਜਾਣਦੇ ਹੋ। ਜੇ ਤੁਹਾਡਾ ਆਚਰਣ ਚੰਗਾ ਨਹੀਂ ਹੈ, ਜੇ ਤੁਹਾਡਾ ਹਾਂਜੀ ਕਰੈਕਟਰ ਠੀਕ ਨਹੀਂ ਹੈ, ਜੇ ਤੁਸੀਂ ਹਾਂਜੀ ਇੰਨੀਆਂ ਵਧੀਆ ਕਿਤਾਬਾਂ ਪੜ੍ਹ ਕੇ ਉਹਨੂੰ ਆਪਣੇ ਜੀਵਨ ਵਿੱਚ ਨਹੀਂ ਢਾਲਿਆ, ਤੇ ਕੀ ਉਹਨਾਂ ਕਿਤਾਬਾਂ ਦਾ ਕੋਈ ਫਾਇਦਾ ਹੈ? ਹਾਂਜੀ ਹਾਂਜੀ ਕੀ ਉਹਨਾਂ ਨਹੀਂ ਕਿਤਾਬਾਂ ਦਾ ਕੋਈ ਫਾਇਦਾ ਹੈ? ਨਹੀਂ ਕੋਈ ਫਾਇਦਾ ਫਾਇਦਾ, ਨਹੀਂ ਫਾਇਦਾ। ਕਿਉਂ? ਕਿਉਂਕਿ ਤੁਸੀਂ ਜਿਹੜਾ ਪੜ੍ਹਿਆ ਉਸਨੂੰ ਆਪਣੇ ਜੀਵਨ 'ਚ ਤਾਂ ਢਾਲੇ ਨਹੀਂ। ਹਾਂਜੀ ਉਹ ਅਨਪੜ੍ਹ ਬੰਦਾ ਜਾਂ ਉਹ ਘੱਟ ਪੜ੍ਹਿਆ ਹੋਇਆ ਬੰਦਾ ਕਿਤੇ ਜ਼ਿਆਦਾ ਚੰਗਾ ਹੈ, ਜਿਹਦੀ ਜੀਵਨ ਜਾਚ ਚੰਗੀ ਹੈ, ਬਜਾਏ ਉਸ ਨਾਲੋਂ ਜਿਹਨੇ ਕਿਤਾਬਾਂ ਤਾਂ ਬਹੁਤ ਪੜ੍ਹੀਆਂ ਲੇਕਿਨ ਉਹਨੇ ਜੀਵਨ ਜਾਚ ਆਪਣੀ ਚੰਗੀ ਨਹੀਂ ਬਣਾਈ। ਕਈਆਂ ਨੂੰ ਕੀ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਜਾਣਕਾਰੀ ਨੂੰ ਨਾ, ਹੁਣ
ਕਹਿਣ ਨੂੰ ਤਾਂ ਰਾਵਣ ਜਿਹੜਾ ਹੈ ਉਹ 4 ਵੇਦਾਂ ਤੇ 6 ਸ਼ਾਸਤਰਾਂ ਦਾ ਗਿਆਤਾ ਸੀ ਨਾ। ਇਸੇ ਕਰਕੇ ਉਹਨੂੰ ਦਸ਼ਾਨਨ ਕਿਹਾ ਜਾਂਦਾ ਸੀ, ਇਸੇ ਕਰਕੇ ਉਹਨੂੰ 10 ਸਿਰਾਂ ਵਾਲਾ ਕਿਹਾ ਜਾਂਦਾ ਸੀ। ਵੈਸੇ ਤਾਂ ਬਹੁਤ ਪੰਡਿਤ ਵਿਦਵਾਨ ਸੀ, ਲੇਕਿਨ ਉਹਨੇ ਸੀਤਾ ਹਰਨ ਕੀਤਾ ਤੇ ਉਹਦੇ ਮਨ 'ਚ ਕੀ ਸੀਗਾ, ਬਹੁਤ ਜ਼ਿਆਦਾ ਹੰਕਾਰ ਸੀ। ਉਹ ਹੰਕਾਰ ਉਹਨੂੰ ਲੈ ਡੁੱਬਿਆ। ਜਦੋਂ ਸਾਨੂੰ ਆਪਣੀ ਵਿਦਵਤਾ ਦੇ ਉੱਪਰ ਹੰਕਾਰ ਹੋ ਜਾਏ ਕਿ ਮੈਂ ਤਾਂ ਬਹੁਤ ਕੁਝ ਜਾਣਦਾ, ਤਾਂ ਉਦੋਂ ਸਮਝੋ ਸਾਡਾ ਪਤਨ ਸ਼ੁਰੂ ਹੋ ਜਾਂਦਾ। ਉਹ ਪੜਿਆ ਹੋਇਆ ਬਿਲਕੁਲ ਬੇਕਾਰ ਹੋ ਜਾਂਦਾ, ਕਿਉਂਕਿ ਕਹਿੰਦਾ ਪੜਿਆ, ਗੁਰਬਾਣੀ ਕਹਿੰਦੀ ਹੈ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰਾਂ। ਉਸ ਪੜੇ ਹੋਏ ਨੂੰ ਮੂਰਖ ਸਮਝਣਾ ਚਾਹੀਦਾ ਜਿਹਦੇ ਮਨ ਵਿੱਚ ਲਾਲਚ ਹੈ, ਜਿਹਦੇ ਮਨ ਵਿੱਚ ਹੰਕਾਰ ਹੈ। ਕਿਤਾਬਾਂ ਨਾਲ ਦਿਮਾਗ ਨੂੰ ਠੂਸ ਕੇ ਭਰ ਲਿਆ, ਲੇਕਿਨ ਉਹਦਾ ਫਾਇਦਾ ਕੀ ਹੋਇਆ, ਕਿਉਂਕਿ ਤੁਸੀਂ ਉਸ ਨੂੰ ਤਾਂ ਜਾਣਿਆ ਨਹੀਂ ਜਿਸ ਨੂੰ ਜਾਣਨਾ ਸੀਗਾ। ਹੁਣ ਇਹਦੇ ਵਿੱਚ ਕਹਿ ਰਹੇ ਆ, ਸਿਰ ਕਚ ਕੋਲ ਬਣਾ ਹੱਥ ਲੀਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਕੇ ਇਹ ਭਰਿਆ। ਕਹਿੰਦੇ ਮੈਂ ਕੀਤਾ ਕੀ ਕਿ ਆਪਣੇ ਸਿਰ ਨੂੰ ਕਸ਼ਕੋਲ ਬਣਾ ਲਿਆ। ਹੁਣ ਕਸ਼ਕੋਲ ਕੀ ਹੁੰਦਾ, ਜਿਸ ਤਰ੍ਹਾਂ ਫਕੀਰ ਲੋਕ ਹੁੰਦੇ ਆ, ਉਹਨਾਂ ਦੇ ਹੱਥ ਵਿੱਚ ਇੱਕ ਕਰਮੰਡਲ ਹੁੰਦਾ, ਜਿਸ ਕਰਮੰਡਲ ਵਿੱਚ ਉਹ ਹਰ ਘਰ ਵਿੱਚ ਜਾ ਕੇ ਅਲਖ ਨਿਰੰਜਨ ਏਦਾਂ ਦੇ ਸ਼ਬਦ ਪਰਮਾਤਮਾ ਦੇ ਜਿਹੜੇ ਨਾਮ ਦੇ ਸੂਚਕ ਹੁੰਦੇ ਆ, ਉਹਨਾਂ ਨੂੰ ਬੋਲਦੇ ਆ, ਨੌਕ ਕਰਦੇ ਆ। ਘਰ ਵਿੱਚੋਂ ਕੋਈ ਆਉਂਦਾ ਤੇ ਉਹਦੇ ਕਸ਼ਕੋਲ ਦੇ ਵਿੱਚ, ਫਕੀਰ ਦੇ ਕਾਸੇ ਵਿੱਚ ਕੁਝ ਨਾ ਕੁਝ, ਜੋ ਵੀ ਉਹਦੀ ਸ਼ਰਧਾ ਭਾਵ ਹੁੰਦੀ ਹੈ, ਉਹ ਪਾ ਦਿੰਦਾ। ਇਹੀ ਹੁੰਦਾ ਨਾ ਫਕੀਰ ਦੇ ਨਾਲ। ਕਹਿੰਦਾ ਕਿ ਮੈਂ ਕੀ ਕੀਤਾ, ਆਪਣੇ ਸਿਰ ਨੂੰ ਕਸ਼ਕੋਲ ਬਣਾ ਲਿਆ, ਠੀਕ ਹੈ। ਤੇ ਹੁਣ ਮੈਂ ਕੀ ਕੀਤਾ, ਹਰ ਦੁਆਰ ਦੇ ਬੂਹੇ ਨੂੰ ਠਕੋਰਨਾ ਸ਼ੁਰੂ ਕੀਤਾ, ਤੇ ਮੈਂ ਮੰਗ ਕੇ, ਹਰ ਦਰ ਤੋਂ ਮੰਗ ਕੇ ਉਹਦੇ ਵਿੱਚ ਰੋਟੀ ਦੇ ਟੁਕੜੇ ਪਾਏ, ਠੀਕ ਹੈ। ਤੁਨ ਕੇ ਭਰਿਆ। ਕਹਿੰਦਾ ਮੈਂ ਤੁਨ ਕੇ ਇਹ ਜਿਹੜਾ ਆਪਣਾ ਕਸ਼ਕੋਲ ਹੈ ਭਰ ਲਿਆ, ਕਿਉਂਕਿ ਜਿਹੜੇ ਇਹ ਫਕੀਰ ਲੋਕ ਹੁੰਦੇ ਸੀਗੇ, ਇਹ ਮੰਗ ਕੇ ਹੀ ਗੁਜ਼ਾਰਾ ਕਰਦੇ ਸੀ। ਅੱਲਾ ਅੱਲਾ ਦਾ ਨਾਮ ਜਪਦੇ ਸੀ, ਤੇ ਜੋ ਕਿਸੇ ਤੋਂ ਰੋਟੀ ਮਿਲੀ, ਜੋ ਕਿਸੇ ਤੋਂ ਦਾਲ ਸਬਜ਼ੀ ਮਿਲੀ, ਉਹਨੂੰ ਭਰ ਲੈਂਦੇ ਸੀ ਤੇ ਭਰ ਕੇ ਉਹਦੇ ਨਾਲ ਨਿਰਵਾਹ ਕਰਦੇ ਸੀ ਤੇ ਆਪਣਾ ਰੱਬ ਦੇ ਰੰਗ ਵਿੱਚ ਰੰਗੇ ਰਹਿੰਦੇ ਸੀਗੇ। ਕਹਿੰਦੇ ਮੈਂ ਕੀ ਕੀਤਾ, ਮੈਂ ਤਾਂ ਕਿਤਾਬਾਂ ਦੀ ਜਿਹੜੀ ਜਾਣਕਾਰੀ ਹੈ ਉਹਨੂੰ ਆਪਣੇ ਦਿਮਾਗ ਦੇ ਵਿੱਚ ਠੂਸ ਕੇ ਭਰਨਾ ਸ਼ੁਰੂ ਕਰ ਦਿੱਤਾ, ਵੀ ਮੈਂ ਆਹ ਵੀ ਪੜਿਆ ਹੋਇਆ, ਮੈਂ ਆਹ ਵੀ ਪੜ ਲਿਆ, ਮੈਂ ਉਹ ਵੀ ਪੜ ਲਿਆ। ਕਹਿੰਦਾ ਭਰਿਆ ਦੇਖ ਅਫਰਿਆਂ ਮੈਸਾਂ, ਜਾਣਾ ਪੰਡਤ ਹੋਇਆ। ਕਹਿੰਦਾ ਹੁਣ ਹੋਇਆ ਕੀ ਕਿ ਜਦੋਂ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਤੇ ਮੈਂ ਅਫਰ ਗਿਆ। ਅਫਰ ਗਿਆ ਮਤਲਬ ਕੀ ਹੁੰਦਾ, ਅਫਰੇ ਜਾਣਾ। ਕਈ ਵਾਰ ਸਾਡਾ ਪੇਟ ਅਫਰਿਆ ਜਾਂਦਾ। ਪੇਟ ਕਦੋਂ ਅਫਰਿਆ ਜਾਂਦਾ, ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਰੋਟੀ ਖਾ ਲੈਂਦੇ ਹਾਂ। ਜਦੋਂ ਜ਼ਰੂਰਤ ਤੋਂ ਜ਼ਿਆਦਾ ਰੋਟੀ ਖਾ ਲੈਂਦੇ, ਪੇਟ ਸਾਡਾ ਫੁੱਲ ਜਾਂਦਾ, ਠੀਕ ਹੈ। ਤੇ ਉਹ ਸਾਨੂੰ ਸਟਮਕ ਦੇ ਵਿੱਚ, ਸਾਡੇ ਪੇਟ ਦੇ ਵਿੱਚ ਸਾਨੂੰ ਦਿੱਕਤ ਖੜੀ ਕਰਦਾ, ਕਿਉਂਕਿ ਅਸੀਂ ਜ਼ਿਆਦਾ ਖਾ ਲਿਆ। ਕਹਿੰਦਾ ਕਈ ਵਾਰੀ ਹੁੰਦਾ ਕੀ ਹੈ ਕਿ ਬੰਦਾ ਵੀ ਜ਼ਿਆਦਾ ਪੜ੍ਹ ਕੇ ਨਾ, ਜ਼ਿਆਦਾ ਕਿਤਾਬਾਂ ਪੜ੍ਹ ਕੇ ਉਹ ਆਫਰ ਜਾਂਦਾ। ਆਫਰ ਕਿੱਦਾਂ ਜਾਂਦਾ, ਉਹਨੂੰ ਲੱਗਦਾ ਕਿ ਤੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਬਾਕੀ ਤਾਂ ਸਾਰੇ ਦੁੱਕੀ ਤੱਕੀ ਆ, ਜੋ ਤੈਨੂੰ ਜਾਣਕਾਰੀ ਆ ਉਹ ਤਾਂ ਕਿਸੇ ਨੂੰ ਹੈ ਹੀ ਨਹੀਂ। ਉਹ ਹੰਕਾਰਿਆ ਜਾਂਦਾ। ਉਹ ਆਪਣੇ ਆਪ ਨੂੰ ਕੀ ਸਮਝਣ ਲੱਗ ਪੈਂਦਾ ਕਿ ਜਿਸ ਤਰ੍ਹਾਂ ਤੂੰ ਹੀ ਪੰਡਤ ਆ, ਤੂੰ ਹੀ ਵਿਦਵਾਨ ਆ, ਜੋ ਤੈਨੂੰ ਪਤਾ ਉਹ ਕਿਸੇ ਨੂੰ ਵੀ ਪਤਾ ਨਹੀਂ ਹੈ, ਠੀਕ ਹੈ। ਟਿਕੇ ਨਾ ਪੈਰ ਜਮੀ ਤੇ ਮੇਰਾ ਉੱਚਾ ਹੋ ਟੁਰਿਆ। ਕਹਿੰਦਾ ਜਦ ਬਹੁਤ ਸਾਰੀਆਂ ਕਿਤਾਬਾਂ ਮੈਂ ਪੜ੍ਹ ਲਈਆਂ ਤਾਂ ਮੇਰੇ ਅੰਦਰ ਕੀ ਪਨਪ ਪਿਆ, ਹੰਕਾਰ, ਤੇ ਉਸ ਹੰਕਾਰ ਤੇ ਮੇਰਾ ਪੈਰ ਜਿਹੜਾ ਹੈ ਉਹ ਜ਼ਮੀਨ ਤੇ ਟਿਕਦਾ ਨਹੀਂ, ਉੱਚਾ ਹੋ ਟੁਰਿਆ। ਹੁਣ ਮੈਂ ਜ਼ਮੀਨ ਨਾਲੋਂ ਉੱਚਾ ਹੋ ਕੇ ਟੁਰਦਾ, ਆਪਣੇ ਆਪ ਨੂੰ ਵੱਖਰਾ ਮੰਨ ਕੇ ਤੁਰਦਾ। ਹੁਣ ਮੇਰੇ ਅੰਦਰ ਕੀ ਪੈਦਾ ਹੋ ਗਿਆ, ਐਟੀਟਿਊਡ। ਹੁਣ ਮੈਂ ਆਮ ਬੰਦੇ ਨਾਲ ਗੱਲ ਹੀ ਨਹੀਂ ਕਰਦਾ, ਮੈਨੂੰ ਤਾਂ ਇਹ ਲੱਗਦਾ ਤੇ ਮੇਰੇ ਸਾਹਮਣੇ ਕੁਝ ਵੀ ਨਹੀਂ ਹੈ। ਉਹਦੀ ਸਾਦਗੀ ਨੂੰ ਨਹੀਂ ਮੈਂ ਦੇਖਦਾ, ਉਹਦੇ ਹਾਲਾਤਾਂ ਨੂੰ ਨਹੀਂ ਦੇਖਦਾ, ਮੈਂ ਸੋਚਦਾ ਮੈਂ ਹੀ ਹਾਂ ਜੋ ਕੁਝ ਵੀ ਹਾਂ। ਇੱਕ ਦਿਨ ਇੱਕ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ। ਮੁਰਸ਼ਦ ਕਹਿੰਦੇ ਉਸਤਾਦ ਨੂੰ, ਮੁਰਸ਼ਦ ਕਹਿੰਦੇ ਗੁਰੂ ਨੂੰ। ਕਹਿੰਦਾ ਜਦੋਂ ਗੁਰੂ ਦੇ ਅੱਗੇ ਮੈਂ ਆਪਣੇ ਸਿਰ ਦਾ ਇੱਕ ਕਸ਼ਕੋਲ ਲੈ ਕੇ ਗਿਆ, ਮੇਰੇ ਦਿਮਾਗ ਵਿੱਚ ਜਿਹੜੀਆਂ ਕਿਤਾਬਾਂ ਭਰੀਆਂ ਹੋਈਆਂ ਸੀਗੀਆਂ, ਜਿਹੜਾ ਮੇਰੇ ਨੂੰ ਆਪਣੇ ਆਪ ਤੇ ਹੰਕਾਰ ਹੋਇਆ ਸੀ, ਤੇ ਮੈਂ ਇਹ ਸੋਚ ਕੇ ਆਪਣੇ ਮੁਰਸ਼ਦ ਦੇ ਅੱਗੇ ਆਪਣਾ ਭਾਂਡਾ ਰੱਖਿਆ ਕਿ ਮੁਰਸ਼ਦ ਬੜਾ ਮੁਤਾਸਿਰ ਹੋਏਗਾ, ਬਹੁਤ ਪ੍ਰਭਾਵਿਤ ਹੋਏਗਾ, ਕਹੇਗਾ ਵਾਹ ਬਈ ਵਾਹ, ਤੂੰ ਇੰਨੀਆਂ ਕਿਤਾਬਾਂ ਪੜ੍ਹੀਆਂ ਹੋਈਆਂ, ਇੰਨੀ ਜਾਣਕਾਰੀ ਹੈ ਤੇਰੇ ਕੋਲੋਂ। ਮੈਂ ਤਾਂ ਆਪਣੇ ਮੁਰਸ਼ਦ ਨੂੰ ਪ੍ਰਭਾਵਿਤ ਕਰਨਾ ਚਾਹਿਆ ਸੀ।
ਕਹਿੰਦਾ ਪਰ ਉਹਨੇ ਕੀ ਕੀਤਾ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਉਹ ਕਹਿੰਦਾ, ਉਹਨੇ ਕਿਹਾ ਵੀ ਜੋ ਕੁਝ ਵੀ ਤੂੰ ਇਕੱਠਾ ਕੀਤਾ ਇਹ ਸਭ ਝੂਠ ਹੈ, ਝੂਠ ਹੈ, ਝੂਠ ਹੈ, ਕਿਸੇ ਕੰਮ ਆਉਣ ਵਾਲਾ ਨਹੀਂ, ਹਾਂਜੀ ਕਿਉਂਕਿ ਇਹ ਹੰਕਾਰ ਤਾਂ ਤੂੰ ਐਵੇਂ ਚੁੱਕੀ ਫਿਰਦਾ। ਕਹਿੰਦਾ ਉਹਨੇ ਮੇਰੇ ਭਾਂਡੇ ਨੂੰ ਖਾਲੀ ਕਰ ਦਿੱਤਾ। ਯਾਨੀ ਹਾਂਜੀ ਕਿ ਜਿਹੜਾ ਕੋਈ ਭਾਂਡਾ ਮੰਨ ਲਓ ਕੋਈ ਲੈ ਜਾਏ ਆਪਣੇ ਗੁਰੂ ਦੇ ਅੱਗੇ ਤੇ ਉਹਨੂੰ ਉਲਟਾ ਕੇ ਖਾਲੀ ਕਰ ਦੇ। ਕਹਿੰਦਾ ਮੇਰੇ ਨਾਲ ਵੀ ਇਹੀ ਹੋਇਆ, ਜਿਹੜੀਆਂ ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ ਸੀਗੀਆਂ, ਇੰਨਾ ਕੁਝ ਇਕੱਠਾ ਕੀਤਾ ਸੀਗਾ। ਕਹਿੰਦਾ ਜਦੋਂ ਮੈਂ ਉਹ ਆਪਣੇ ਮੁਰਸ਼ਦ ਕੋਲ ਲੈ ਕੇ ਗਿਆ, ਮੁਰਸ਼ਦ ਨੇ ਉਸਨੂੰ ਨਿਗਲੈਕਟ ਕਰ ਦਿੱਤਾ, ਰੱਦ ਕਰ ਦਿੱਤਾ, ਉਹਦੇ ਤੇ ਕਾਂਟਾ ਫੇਰ ਦਿੱਤਾ ਤੇ ਉਹਨੂੰ ਖਾਲੀ ਕਰ ਦਿੱਤਾ। ਮਲ ਮਲ ਕੇ ਫਿਰ ਧੋਤਾ ਇਸ ਨੂੰ ਮੈਲ ਇਲਮ ਦੀ ਲਾਹੀ। ਕਹਿੰਦਾ ਉਹਨੇ ਮੇਰੇ ਭਾਂਡੇ ਨੂੰ ਫਿਰ ਮਲ ਮਲ ਕੇ ਧੋਣਾ ਸ਼ੁਰੂ ਕੀਤਾ। ਜਿਵੇਂ ਭਾਂਡਾ ਗੰਦਾ ਹੋ ਜਾਂਦਾ ਨਾ ਤੇ ਅਸੀਂ ਉਹਨੂੰ ਚੰਗੀ ਤਰ੍ਹਾਂ ਕਿਸੇ ਸੂਬੀ ਨਾਲ, ਕਿਸੇ ਹੋਰ ਸਰਫ ਦੇ ਨਾਲ ਮਲ ਮਲ ਕੇ, ਰਗੜ ਰਗੜ ਕੇ, ਮਾਂਜ ਮਾਂਜ ਕੇ, ਉਹਨੂੰ ਪਾਣੀ ਪਾ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰਦੇ ਆ। ਕਹਿੰਦਾ ਮੈਲ ਕਾਹਦੀ ਲੱਗ ਗਈ ਸੀ, ਗਿਆਨ ਦੀ ਮੈਲ ਲੱਗ ਗਈ ਸੀ। ਹਾਲਾਂਕਿ ਗਿਆਨ ਤਾਂ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਹੈ, ਪਰ ਜਿਹੜਾ ਹੰਕਾਰਿਆ ਹੋਇਆ ਗਿਆਨ ਆ, ਕਹਿੰਦਾ ਇਹ ਆਪਣੇ ਆਪ ਵਿੱਚ ਮੈਲ ਬਣ ਜਾਂਦਾ, ਇਹ ਬਹੁਤ ਕੰਮ ਖਰਾਬ ਕਰਦਾ। ਕਹਿੰਦਾ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਉਹਨੇ ਮੇਰੇ ਦਿਮਾਗ 'ਚ ਗਿਆਨ ਦਾ ਫਤੂਰ ਬੈਠਿਆ ਹੋਇਆ ਸੀ ਨਾ ਕਿ ਮੈਂ ਬਹੁਤ ਗਿਆਨਵਾਨ ਆ। ਕਹਿੰਦਾ ਉਹਨੇ ਮੇਰੀ ਇਸ ਮੈਲ ਨੂੰ ਧੋ ਦਿੱਤਾ, ਮਾਂਜ ਦਿੱਤਾ। ਦੇਖੋ ਇੱਕ ਚੱਕੋ ਲਿਸ਼ਕਿਆ, ਕਵਲ ਵਾਂਗ ਫਿਰ ਖਿੜਿਆ। ਕਹਿੰਦਾ ਜਦੋਂ ਬਿਲਕੁਲ ਖਾਲੀ ਕਰ ਦਿੱਤਾ ਤੇ ਕਸ਼ਕੋਲ ਕਹਿੰਦਾ ਮੈਨੂੰ ਲਿਸ਼ਕਿਆ ਹੋਇਆ ਨਜ਼ਰ ਆਇਆ। ਕਹਿੰਦਾ ਬਿਲਕੁਲ ਕਮਲ ਦਾ ਫੁੱਲ ਜਿਸ ਤਰ੍ਹਾਂ ਚਿੱਕੜ 'ਚ ਖਿੜ ਜਾਂਦਾ, ਕਹਿੰਦਾ ਇਸੇ ਤਰ੍ਹਾਂ ਹੁਣ ਇਹ ਮੇਰਾ ਮਨ ਖਿੜਿਆ ਹੋਇਆ ਸੀਗਾ। ਮੇਰਾ ਇਹ ਸਿਰ ਦਾ ਜਿਹੜਾ ਕਸ਼ਕੋਲ ਹੈ ਖਿੜ ਗਿਆ ਸੀ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਕਿਤਾਬਾਂ ਪੜ੍ਹਨ ਦੇ ਨਾਲ ਕੁਝ ਨਹੀਂ ਹੁੰਦਾ, ਵਿਦਵਾਨ ਹੋਣ ਦੇ ਨਾਲ ਕੁਝ ਨਹੀਂ ਹੁੰਦਾ, ਜੇ ਤੁਹਾਡਾ ਅਮਲੀ ਜੀਵਨ ਨਹੀਂ ਹੈ। ਗੁਰੂ ਅਮਲ ਨੂੰ ਤਰਜੀਹ ਦਿੰਦਾ ਹੈ। ਕਹਿੰਦਾ ਉੱਥੇ ਅਮਲਾਂ ਦੇ ਹੋਰ ਨੇ ਨਿਬੇੜੇ, ਕਿਸੇ ਨਾਲ ਤੇਰੀ ਜਾਤ ਪੁੱਛਣੀ। ਬੰਦੇ ਨੂੰ ਜਾਤ ਦਾ ਹੰਕਾਰ ਹੋਵੇ, ਬੰਦੇ ਨੂੰ ਗਿਆਨ ਦਾ ਹੰਕਾਰ ਹੋਵੇ, ਕਿਸੇ ਨੇ ਪੁੱਛਣਾ। ਇਹ ਦੇਖਣਾ ਕਿ ਤੁਸੀਂ ਮਨੁੱਖਤਾ ਲਈ ਕੀ ਕੀਤਾ, ਤੁਸੀਂ ਤੁਹਾਡੀ ਜੀਵਨ ਜਾਚ ਚੰਗੀ ਸੀਗੀ ਜਾਂ ਨਹੀਂ ਚੰਗੀ ਸੀ, ਆ ਦੇਖਣਾ। ਉਹ ਹਾਂਜੀ ਜਿਵੇਂ ਓਸ਼ੋ ਆਪਣੇ ਇੱਕ ਲੈਕਚਰ ਵਿੱਚ ਕਹਿੰਦਾ ਜੀ ਕਿਸੇ ਬੰਦੇ ਨੂੰ ਬਦਲਣਾ ਹੋਵੇ ਤੇ ਕਿੰਨਾ ਟਾਈਮ ਲੱਗੇਗਾ। ਕਹਿੰਦਾ ਪਹਿਲਾਂ ਇਹ ਦੱਸੋ ਕਿ ਬੰਦਾ ਪੜ੍ਹਿਆ ਲਿਖਿਆ ਕਿ ਅਨਪੜ੍ਹ ਆ। ਕਹਿੰਦਾ ਹਾਂਜੀ ਬਈ ਇਹ ਕੀ ਮਤਲਬ ਹੋਇਆ। ਕਹਿੰਦਾ ਜੀ ਇਹੀ ਮਤਲਬ ਹੈ, ਜੇ ਤਾਂ ਬੰਦਾ ਅਨਪੜ੍ਹ ਹੈ ਫਿਰ ਤਾਂ ਉਹਨੂੰ ਜੀ 2-3 ਦਿਨਾਂ 'ਚ ਬਦਲਿਆ ਜਾ ਸਕਦਾ। ਕਹਿੰਦਾ ਜੇ ਬੰਦਾ ਪੜ੍ਹਿਆ ਲਿਖਿਆ ਤੇ 3 ਯੁੱਗ ਵੀ ਘੱਟ ਪੈ ਸਕਦੇ। ਕਹਿੰਦੇ ਉਹ ਕੀ ਹਾਂਜੀ ਮਤਲਬ, ਉਹ ਕਿਉਂ। ਕਹਿੰਦਾ ਜਿਹੜਾ ਅਨਪੜ੍ਹ ਆ ਉਹ ਤਾਂ ਤੁਹਾਡੀ ਗੱਲ ਨੂੰ ਬੜੀ ਛੇਤੀ ਮੰਨ ਜਾਏਗਾ, ਜਿਹੜਾ ਪੜ੍ਹਿਆ ਲਿਖਿਆ ਉਹ ਸੋਚ ਤਰਕ ਕਰੇਗਾ, ਹਨਾ। ਹਾਂਜੀ ਤੇ ਉਹਨੂੰ ਬਦਲਣਾ ਜਿਹੜਾ ਹੈ ਬੜਾ ਔਖਾ ਹੈ, ਕਿਉਂਕਿ ਉਹ ਪਹਿਲਾਂ ਤੋਂ ਹੀ ਭਰਿਆ ਹੋਇਆ, ਉਹਨੂੰ ਜੀ ਇਹ ਲੱਗਦਾ ਕਿ ਤੈਨੂੰ ਸਾਰਾ ਕੁਝ ਪਤਾ ਹੈ। ਕਹਿੰਦਾ ਹਾਂਜੀ ਅਨਪੜ੍ਹ ਬੰਦਾ ਖਾਲੀ ਆ, ਉਹਨੂੰ ਇਹ ਪਤਾ ਕਿ ਮੈਨੂੰ ਕੁਝ ਨਹੀਂ ਪਤਾ, ਸੋ ਜੋ ਕੁਝ ਉਹਦੇ 'ਚ ਪਾਇਆ ਜਾਏਗਾ ਉਹਨੂੰ ਐਕਸੈਪਟ ਕਰਦਾ ਜਾਏਗਾ, ਤੇ ਜੇ ਕੋਈ ਪੜ੍ਹਿਆ ਲਿਖਿਆ ਉਹ ਉਸ ਨੂੰ ਨਿਗਲੈਕਟ ਕਰਦਾ ਜਾਏਗਾ ਵੀ ਉਹਨੂੰ ਨਹੀਂ ਭਰਿਆ ਜਾ ਸਕਦਾ, ਪਹਿਲਾਂ ਖਾਲੀ ਹੋਣਾ ਜ਼ਰੂਰੀ ਹੈ। ਗੁਰੂ ਦੇ ਦਰ ਤੇ ਉਹੀ ਸਵੀਕਾਰ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਖਾਲੀ ਮੰਨ ਕੇ ਤੁਰਦੇ ਆ। ਉਹ ਇਹਦੇ 'ਚ ਗੁਰਬਾਣੀ 'ਚ ਇੱਕ ਤੁਕ ਆਉਂਦੀ ਬੜੀ ਕਮਾਲ ਦੀ, ਉਹ ਕਹਿੰਦੇ ਕਿ ਮਤ ਤੂੰ ਮਾਣ ਕਰੈ ਕਿ ਹਾਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਏ। ਕਹਿੰਦਾ ਇਸ ਗੱਲ ਦਾ ਕਦੇ ਹੰਕਾਰ ਨਾ ਕਰੀ ਕਿ ਤੈਨੂੰ ਕੁਝ ਪਤਾ ਹੈ। ਗੁਰਮੁਖ ਤਾਂ ਹਮੇਸ਼ਾ ਨਿਮਾਣਾ ਹੁੰਦਾ, ਜਿਹਦੇ ਵਿੱਚ ਨਿਮਰਤਾ, ਵਿਨਮਰਤਾ, ਜਿਹੜਾ ਭਰਿਆ ਹੋਇਆ ਨਹੀਂ ਹੈ, ਜਿਹੜਾ ਆਪਣੇ ਆਪ ਨੂੰ ਖਾਲੀ ਮੰਨ ਕੇ ਤੁਰਦਾ ਕਿ ਮੈਨੂੰ ਕੁਝ ਨਹੀਂ ਪਤਾ। ਇਸ ਕਰਕੇ ਇਲਮ ਨਾਲੋਂ ਅਮਲ ਦਾ ਜਿਹੜਾ ਮਹੱਤਵ ਹੈ ਉਹ ਕਿਤੇ ਜ਼ਿਆਦਾ। ਇਲਮ ਜਿਹੜਾ ਹੈ ਉਹ ਬੰਦੇ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ। ਬਹੁਤੀ ਜਾਣਕਾਰੀ ਬੰਦਾ ਇਸੇ ਹੰਕਾਰ ਵਿੱਚ ਹੀ ਮਾਰਿਆ ਜਾਂਦਾ ਕਿ ਮੈਨੂੰ ਬਹੁਤ ਕੁਝ ਪਤਾ ਹੈ, ਮੈਨੂੰ ਬਹੁਤ ਕੁਝ ਪਤਾ ਹੈ। ਉਹ ਕਦੇ ਕੁਝ ਨਵਾਂ ਨਹੀਂ ਸਿੱਖ ਸਕਦਾ, ਤੇ ਜਿਹਦਾ ਅਮਲ ਚੰਗਾ ਹੁੰਦਾ ਉਹ ਜਿਹੜਾ ਹੈ ਉਹ ਪਾਰ ਹੋ ਜਾਂਦਾ ਹੈ। ਇਹ ਸੀ ਹਾਂਜੀ ਬੇਟਾ ਇਹਦਾ ਅਰਥ। ਠੀਕ ਹੈ, ਹਾਂਜੀ ਹਾਂਜੀ ਇਹ ਅੰਕਲ ਭਾਈ ਵੀਰ ਸਿੰਘ ਦੀ ਤਿੰਨੋਂ ਕਵਿਤਾਵਾਂ ਹੋ ਗਈਆਂ। ਇਹਦੀ ਰਿਕਾਰਡਿੰਗ ਮੈਂ ਤੁਹਾਨੂੰ ਸੈਂਡ ਕਰ ਦਿਆਂਗਾ, ਤੇ ਕੱਲ ਹਾਂਜੀ ਮੈਂ ਫਿਰ ਪ੍ਰੋਫੈਸਰ ਪੂਰਨ ਸਿੰਘ ਦੇ ਨਾ, ਜਿਸ ਤਰ੍ਹਾਂ ਮੈਨੂੰ ਟਾਈਮ ਲੱਗਦਾ ਮੈਂ ਥੋੜਾ ਜਿਹਾ ਇੱਕ ਵਾਰੀ ਦੇਖ ਲਾਂਗਾ, ਫਿਰ ਹਾਂਜੀ ਫੋਨ ਤੇ ਮੈਂ ਤੇਰੇ ਨਾਲ ਗੱਲ ਕਰ ਲਾਂਗਾ, ਨਾਲ ਨਾਲ ਤੈਨੂੰ ਹਾਂਜੀ ਸਮਝਾ ਦਿਆਂਗਾ, ਨਾਲ ਨਾਲ ਰਿਕਾਰਡਿੰਗ ਹੋ ਜਾਏਗੀ। ਠੀਕ ਹੈ ਹਾਂਜੀ ਬੱਚੇ, ਠੀਕ ਹੈ ਓਕੇ ਹਾਂਜੀ ਬੇਟਾ, ਗੁੱਡ ਨਾਈਟ। ਥੈਂਕ ਯੂ ਅੰਕਲ ਓਕੇ ਬੇਟਾ। ਓਕੇ ਗੁੱਡ ਨਾਈਟ ਹੈਲੋ, ਹੈਲੋ ਹਾਂਜੀ ਹਾਂਜੀ ਹੈਲੋ ਬੇਟਾ, ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਬੇਟਾ, ਹਾਂਜੀ ਬੋਲੋ, ਹਾਂਜੀ ਕਿਹੜੀ ਉਹ ਨਹੀਂ ਪੋਇਮ। ਹਾਂ ਹਾਂਜੀ ਕਿਹੜੀ ਉਹ ਨਾ ਪਹਿਲੀ ਦੀ ਸੀ ਜੀ ਢਿੱਲੋਂ ਹਾਸੀ ਦੇ ਗੱਲ ਲੱਗੀ ਬੇਲ। ਹਾਂਜੀ
ਅੱਛਾ, ਇਹਦੇ ਚ ਬੇਟਾ ਜਿਹੜੀ ਇਹ ਕਵਿਤਾ, ਅੰਕਲ ਹਾਂਜੀ ਇਹ ਬੋਲੋ। ਨਾ ਮੇਰੀ ਫਰੈਂਡ